खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सिद्धां ने जोगियां ने गुरु साहब के प्रति अपना अदब सत्कार सन्मान भेटा किया है। सतगुरु जी की वडियाई सी कि शब्द जीती सिद्ध मंडली की तोस अपना पंथ निराला। गुरबाणी दे नाल सिद्ध जोगियां ते जित हासिल की है और सिद्ध जोगी लोगों नूं दसिया है कि मेरा रस्ता वखरा है भाई। पंथ दा अर्थ हुंदा रस्ता, नराले दा अर्थ हुंदा न्यारा सैपरेट। इत्थे भाई मरदाना जी ने पूछया सी श्री गुर बोले जास पर है करुणा करतार, तिस में अस गुण होवई लखे न और गवार। सतगुरा क्या सी मरदानिया प्राणनाथ वर्गे गुण सारिया विच नहीं हो सकते, क्योंकि धर्म की दुनिया दे विच अखीर एक गल ते सतगुरां ने सानू उपदेश दृढ़ कराया है कि गुर कृपा जिह नर को कीनी ते ए जुगत पछानी। ये गुरु की कृपा बिना नहीं हो सकता। ठीक है, लोग अपनी मेहनत अपनी मशक्कत अपनी कालना अपनी सारी जिंदगी लोग जोर लगाते ने, पर किते ना किते जाके वो भी जदों प्रवान चढ़दा
ਉਦੋਂ ਹੀ ਚੜ੍ਹਦਾ ਹੈ ਜਦੋਂ ਪਰਮਾਤਮਾ ਪ੍ਰਸੰਨ ਹੁੰਦਾ ਹੈ, ਖੁਸ਼ ਹੋ ਜਾਂਦਾ ਹੈ। ਇੱਥੇ ਸਤਿਗੁਰੂ ਪਿਤਾ ਮਹਾਰਾਜ ਨੇ ਭਾਈ ਮਰਦਾਨੇ ਦੇ ਪੁੱਛਣ ਤੇ ਦੱਸਿਆ ਸੀ ਕਿ ਮਰਦਾਨਾ, ਸਭ ਨਾਥਨ ਮੈਂ ਸ੍ਰੇਸ਼ਟ ਨਾਥਾ, ਇਹ ਸਮਾਨ ਕੈ ਔਰ ਨਾ ਗਾਥਾ। ਜੋਗੀਆਂ ਵਿੱਚੋਂ ਪ੍ਰਾਣਨਾਥ ਪਹਿਲੇ ਨੰਬਰ ਤੇ ਹੈ। ਪ੍ਰਾਣਨਾਥ ਤੋਂ ਬਾਅਦ ਜਤੀ ਨੇ, ਜਤੀਆਂ ਤੋਂ ਬਾਅਦ ਸਿੱਧ ਨੇ। ਸਤਿਗੁਰੂ ਜੀ ਨੇ ਦੱਸਿਆ ਸੀ ਕਿ ਜਿਹੜੇ ਇਨ ਮੈਂ ਨੌ ਜੇ ਨਾਥ ਸ਼ੁਭ ਜਾਨੂ, ਸੋ ਮੈਂ ਤੁਝ ਸੋ ਕਰਤ ਬਖਾਨੂ। ਨਾਥ ਜਿਹੜੇ ਨੇ ਉਹ ਸਤਿਗੁਰੂ ਜੀ ਨੇ ਦੱਸੇ ਕਿ 9 ਨੇ ਭਾਈ। ਫਿਰ ਇਹਨਾਂ ਤੋਂ ਬਾਅਦ ਲਕਸ਼ਮਣ, ਇਹਨਾਂ ਤੋਂ ਬਾਅਦ ਗੋਰਖ, ਇਹਨਾਂ ਤੋਂ ਬਾਅਦ ਹਨੂਮਾਨ, ਇਹਨਾਂ ਤੋਂ ਬਾਅਦ ਭੀਸ਼ਮ, ਇਹਨਾਂ ਤੋਂ ਬਾਅਦ ਭੈਰੋਂ, ਇਹਨਾਂ ਤੋਂ ਬਾਅਦ ਦੱਤ। ਇਹ 6 ਜਤੀ ਦੱਸੇ। 6 ਜਤੀਆਂ ਤੋਂ ਬਾਅਦ 84 ਸਿੱਧਾਂ ਦਾ ਜ਼ਿਕਰ ਕੀਤਾ, ਜਿਹੜੇ ਆਪਾਂ ਕੱਲ ਇੱਕ ਇੱਕ ਨਾਮ ਇੱਥੇ ਕਵੀ ਜੀ ਨੇ ਬੜੀ ਮਿਹਨਤ ਕਰਕੇ ਲਿਖਿਆ ਹੈ। ਉਹਨਾਂ ਦੇ ਵਿੱਚ ਇਹ ਬ੍ਰਹਮ ਜੋਗੀ ਵੀ ਨੇ, ਬ੍ਰਹਮ ਭੋਗੀ ਵੀ ਨੇ। ਮਰਦਾਨਾ ਸੁਨ ਬੂਝਤ ਭਾ ਤਬ, ਤੁਮ ਜੋ ਕਹੇ ਸੋ ਜਾਣੇ ਮੈਂ ਸਭ। ਏਕ ਸੰदेह ਨਿਵਾਰਨ ਕੀਜੈ, ਬਹੁਰੋ ਚੱਲਣ ਗੈਲ ਪਗ ਦੀਜੈ। ਭੋਗ ਨਾ ਕੀਨੋ ਨਾਰਸੋਂ, ਐਸੇ ਲੋਕ ਅਨੇਕ। ਆਮ ਕਰਕੇ ਅਸੀਂ ਜਤੀ ਉਹਨੂੰ ਕਹਿੰਦੇ ਆ ਜਿਹੜਾ ਸ਼ਾਦੀ ਨਹੀਂ ਕਰਦਾ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਜਤੀ ਤੇ ਫਿਰ ਉਹੀ ਹੈ। ਖਸ਼ਟ ਜਤੀ ਤੁਮ ਕਿਉਂ ਕਹੇ, ਮੁਝ ਸੰਸੇ ਭਾਇਕ। ਪਰ ਤੁਸੀਂ 6 ਕਿਉਂ ਗਿਣੇ ਨੇ? ਇਹਦੇ ਲਈ ਮੇਰੇ ਮਨ ਵਿੱਚ ਸੰਸਾ ਹੈ। ਸੁਦਾਸ ਨੇ ਕੱਲ ਵੀ ਅੱਧੀ ਪੰਕਤੀ ਪੜ੍ਹੀ ਸੀ ਕਿ ਸੁਪਨੇ ਬਿੰਦ ਨ ਦੇਈ ਚਰਨਾ, ਤਿਸ ਪਖੰਡੀ ਜਰਾ ਨਾ ਮਰਨਾ। ਹੁਣ ਤੁਸੀਂ ਕਹੋਗੇ ਵੀ ਪਖੰਡੀ ਸ਼ਬਦ ਕੀ ਹੋਇਆ? ਕਿਉਂਕਿ ਸਾਡੇ ਵਿੱਚ ਪਖੰਡੀ ਦੇ ਅਰਥ ਕੇਵਲ ਬੈਡ ਸੈਂਸ ਵਿੱਚ ਨੇ। ਜਿਹੜਾ ਵਿਖਾਵਾ ਕਰੇ, ਜਿਹੜਾ ਭੇਖ ਕਰੇ, ਜਿਹੜਾ ਐਵੇਂ ਲੋਕਾਂ ਨੂੰ ਭਰਮਾਵੇ। ਜਿਵੇਂ ਨਟ ਹੁੰਦੇ ਨੇ, ਜਿਵੇਂ ਬਹੁਤ ਰੂਪੀਏ ਹੁੰਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਵੀ ਇਹ ਸਾਰੇ ਪਖੰਡੀ ਲੋਕ ਨੇ ਜੀ। ਇਹਨਾਂ ਦਾ ਵਿਖਾਵਾ ਹੋਰ ਹੈ, ਕਿਰਦਾਰ ਹੋਰ ਹੈ। ਪਰ ਜੇ ਤੁਸੀਂ ਇਹ ਜਿਹੜੇ ਸਾਧੂ ਸੰਤ ਹੋਏ ਨੇ, ਸੰਤ ਸਮੂਹ ਅਨੇਕ ਮਤੀ ਕੇ, ਤੇ ਉਹਨਾਂ ਵਿੱਚ ਸੰਨਿਆਸੀ ਵੀ ਨੇ, ਜੋਗੀ ਵੀ ਨੇ, ਉਹਨਾਂ ਦੇ ਵਿੱਚ ਮੋਨੀ ਵੀ ਨੇ, ਉਹਨਾਂ ਵਿੱਚ ਬ੍ਰਹਮਚਾਰੀ ਵੀ ਨੇ, ਉਹਨਾਂ ਵਿੱਚ ਪਖੰਡੀ ਵੀ ਨੇ। ਪਖੰਡੀ ਇੱਕ ਪੰਥ ਹੈ, ਇਹ ਵੀ ਇੱਕ ਰਸਤਾ ਹੈ ਸਾਧੂਆਂ ਦਾ। ਇਹਦਾ ਅਰਥ ਪਖੰਡੀ ਤੋਂ ਇੱਥੇ ਵਿਖਾਵਾ ਨਹੀਂ ਹੈ, ਇੱਥੇ ਉਸ ਪੰਥ ਤੋਂ ਜ਼ਿਕਰ ਹੈ। ਸੁਣ ਸ਼੍ਰੀ ਗੁਰ ਨੇ ਬਚਨ ਉਚਾਰੇ, ਨਹੀਂ ਜਤੀ ਜੋ ਤੋਹੇ ਵਿਚਾਰੇ। ਸਰਬ ਰਖੀਕ ਬਰਿੰਦ ਦਰਵ ਜਾਵੇਂ, ਜਤੀ ਸੋਏ ਕਿਤ ਤੇ ਨਾ ਗਵਾਵੇਂ। ਸਤਿਗੁਰੂ ਕਹਿਣ ਲੱਗੇ ਜਤੀ ਉਹ ਹੈ ਜਿਹਦੇ ਵਕਾਰ ਅੰਦਰ ਜਨਮ ਲੈਂਦਾ ਹੀ ਨਹੀਂ। ਹੁਣ ਉਹਦਾ ਇੱਥੇ ਵਿਸਥਾਰ ਵੀ ਕਵੀ ਜੀ ਨੇ ਕੀਤਾ ਹੈ। ਹਾਂਜੀ। ਨੈਣ ਰੂਪ ਪਿਕ ਰਹਿਓ ਲੁਪਾਈ, ਤਾਹੀ ਸਮੈ ਨੈਣ ਦਰ ਜਾਈ। ਅੱਖਾਂ ਦੇ ਨਾਲ ਪਰਾਏ ਰੂਪ ਨੂੰ, ਪਰਾਈ ਸੁੰਦਰ ਇਸਤਰੀ ਨੂੰ ਤੱਕਣਾ।
ਔਰ ਉਹਦੇ ਤੋਂ ਜੇ ਮਨ ਲੁਭਾਏਮਾਨ ਹੁੰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਐਸਾ ਮਨੁੱਖ ਵੀ ਜਤੀ ਨਹੀਂ ਹੋ ਸਕਦਾ। ਹਾਂਜੀ। ਧੀਏ ਰਸ ਸੁਣੈ ਜਬੇ ਦੇਹ ਕਾਨਾ, ਜਾਇ ਸਰਵਣ ਦਰ ਬਿੰਦ ਲੁਪਾਨਾ। ਫਿਰ ਇਸਤਰੀ ਰਸ ਨੂੰ ਕੰਨ ਦੇ ਕੇ ਸੁਣਨਾ। ਕੋਈ ਔਰਤ ਦੀ ਗੱਲ ਕਰੇ ਉਸ ਨੂੰ ਧਿਆਨ ਨਾਲ ਸੁਣਨਾ, ਉਹਨੂੰ ਬਾਰ-ਬਾਰ ਸੁਣਨ ਦੀ ਕੋਸ਼ਿਸ਼ ਕਰਨੀ, ਜਾਂ ਉਹਨਾਂ ਦੀ ਨਿਰਤਕਾਰੀ ਨੂੰ ਵੇਖਣਾ, ਜਾਂ ਉਹਨਾਂ ਦੀ ਗਾਇਕੀ ਨੂੰ ਵੇਖਣਾ, ਜਾਂ ਉਹਨਾਂ ਦੇ ਜਿਵੇਂ ਆਪਾਂ ਮੁਜਰਾ ਕਹਿ ਦਿੰਦੇ ਆ, ਜਾਂ ਇਸਤਰੀਆਂ ਦੀਆਂ ਲੋਕ ਗੱਲਾਂ ਕਰਨ ਤੇ ਉਹਦੇ ਵਿੱਚ ਆਪਣੇ ਧਿਆਨ ਨੂੰ ਲੈ ਕੇ ਜਾਣਾ, ਐਸਾ ਮਨੁੱਖ ਵੀ ਜਤੀ ਨਹੀਂ ਹੋ ਸਕਦਾ। ਹਾਂਜੀ। ਮੁਖ ਤੇ ਤਰਨੀ ਰਸ ਕੀ ਬਾਤਾ, ਹਿਤ ਸੋਹ ਲਾਏ ਕਰਤ ਜਉ ਜਾਤਾ। ਜਾਂ ਆਪ ਹਰ ਵਕਤ ਇਸਤਰੀ ਜਾਤੀ ਦੀ ਗੱਲ ਕਰਨੀ, ਇਸਤਰੀ ਦੇ ਰੂਪਾਂ ਦੀ ਗੱਲ ਕਰਨੀ, ਇਹਦਾ ਬੜਾ ਵਿਸਥਾਰ ਹੈ, ਬੜੀ ਸਾਹਿਤ, ਬੜੀ ਦੁਨੀਆ ਇਹਦੇ ਵਿੱਚ ਖਪਦੀ ਹੈ। ਅੱਜ ਵੀ ਤੁਸੀਂ ਸਾਹਿਤ ਦੀ ਦੁਨੀਆ ਵਿੱਚ ਜਾਓਗੇ, ਤੁਹਾਨੂੰ ਬਹੁਤਾ ਸਾਹਿਤ ਗੰਦਾ ਮਿਲੇਗਾ, ਮਾੜਾ ਮਿਲੇਗਾ। ਚੰਗੀਆਂ ਅੱਛੀਆਂ ਕਿਤਾਬਾਂ, ਮੈਗਜ਼ੀਨ, ਰਸਾਲੇ, ਫਿਲਮਾਂ, ਡਰਾਮੇ, ਨਾਟਕ, ਕਹਾਣੀਆਂ, ਕਵਿਤਾਵਾਂ, ਗੀਤ ਬੜੇ ਥੋੜੇ ਮਿਲਣਗੇ। ਪੰਜਾਬ ਦਾ ਕਮੇਡੀਅਨ ਤੇ ਐਸਾ ਵੀ ਸੀਗਾ, ਕਹਿੰਦਾ ਪੁੱਤਰ ਉਹ ਸਮਾਂ ਦੂਰ ਨਹੀਂ ਹੈ ਕਿ ਜਦੋਂ ਤੁਹਾਨੂੰ ਘਰ ਦਾ ਟੀਵੀ ਅੱਗੇ ਕੱਪੜਾ ਪਾ ਕੇ ਵੇਖਣਾ ਪਵੇਗਾ। ਐਸਾ ਮਨੁੱਖ ਵੀ ਜਤੀ ਨਹੀਂ ਹੋ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਔਰਤ ਦੇ ਮਿਲਾਪ ਦਾ ਕੋਈ ਵਿਅਕਤੀ ਮਿਲੇ ਤਾਂ ਆਪਾਂ ਕਹੀਏ ਜੀ ਇਹ ਜਤੀ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਕੰਨਾਂ ਤੋਂ, ਅੱਖਾਂ ਤੋਂ, ਜੀਭਾ ਤੇ ਰਸ ਤੋਂ ਜਿੱਥੇ ਵੀ ਮਨੁੱਖ ਦਾ ਮਨ ਲੁਭਾਏਮਾਨ ਹੁੰਦਾ ਹੈ, ਉੱਥੇ ਫਿਰ ਉਹ ਜਤੀ ਦਾ ਦਾਅਵੇਦਾਰ ਨਹੀਂ ਹੋ ਸਕਦਾ, ਉਹ ਜਤੀ ਅਖਵਾਉਣ ਦਾ ਹੱਕਦਾਰ ਨਹੀਂ ਹੈ। ਹਾਂਜੀ। ਕਰੈ ਸਪਰਸ਼ ਅੰਗਨਾ ਅੰਗਾ, ਤਿਹ ਬਿਦ ਜਾਵੇ ਬਿੰਦ ਨਿਸੰਗਾ। ਫਿਰ ਇਸਤਰੀ ਨੂੰ ਸਪਰਸ਼ ਕਰਨਾ, ਕਹਿਣਾ ਉਹਦਾ ਕਹਿਣਾ ਜੀ ਮੈਂ ਵਿਆਹ ਨਹੀਂ ਕਰਦਾ ਜੀ, ਮੈਂ ਸ਼ਾਦੀ ਨਹੀਂ ਕਰਦਾ ਜੀ। ਕਿਉਂਕਿ ਜੇ ਸਤਿਗੁਰੂ ਦੀ ਬਾਣੀ ਪੜ੍ਹੋ ਤੇ ਤੁਸੀਂ ਹੈਰਾਨ ਹੋਵੋਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜੇ ਆਪਾਂ ਇਹ ਕਹੀਏ ਕਿ ਵਿਆਹ ਕੀਤੇ ਬਿਨਾ ਮਨੁੱਖ ਮੁਕਤ ਹੋ ਜਾਏਗਾ, ਵੀ ਵਿਆਹ ਨਾ ਕਰੋ ਜੀ, ਤੇ ਸਤਿਗੁਰੂ ਕਹਿੰਦੇ ਖੁਸਰੇ ਤਾਂ ਸਾਰੇ ਮੁਕਤ ਹੋ ਜਾਣੇ ਚਾਹੀਦੇ ਨੇ, ਉਹ ਤਾਂ ਵਿਆਹ ਕਰ ਹੀ ਨਹੀਂ ਸਕਦੇ। ਸਾਡੇ 'ਚ ਤਾਂ ਕਈ ਉਹ ਨੇ ਨਾ ਵੀ ਜਿਨ੍ਹਾਂ ਦਾ ਵਿਆਹ ਹੋਇਆ ਹੀ ਕੋਈ ਨਹੀਂ, ਤਾਂ ਉਦਾਂ ਹੀ ਜਤੀ ਹੋ ਗਏ ਵਿਚਾਰੇ, ਰਿਸ਼ਤਾ ਆਇਆ ਹੀ ਕੋਈ ਨਹੀਂ, ਤੇ ਇੱਦਾਂ ਥੋੜ੍ਹਾ ਜਤੀ ਹੋ ਜਾਓਗੇ ਤੁਸੀਂ। ਇਹਦੇ ਲਈ ਇੱਕ ਆਚਰਣ ਹੈ, ਇਹਦੇ ਲਈ ਇੱਕ ਕਰੈਕਟਰ ਹੈ, ਇਹਦੇ ਲਈ ਇੱਕ ਬਹੁਤ ਉੱਚਾ ਤੇ ਸੁੱਚਾ ਕਿਰਦਾਰ ਹੈ। ਇਹ ਤੁਸੀਂ ਸਿੱਖਾਂ ਦੇ ਇਤਿਹਾਸ ਵਿੱਚ ਵੇਖਿਆ ਹੈ ਭਾਈ, ਕਿ ਅਗਰ ਕੋਈ ਹਿੰਦੁਸਤਾਨ ਦੀ ਬੇਟੀ ਨੂੰ ਮੁਗਲ ਹਾਕਮ ਪਠਾਨ ਚੁੱਕ ਕੇ ਲੈ ਗਏ ਤੇ ਸਤਿਗੁਰੂ ਦੇ ਸਿੱਖ ਜਾ ਕੇ ਛਡਾ ਕੇ ਲੈ ਕੇ ਆਏ। ਫਿਰ ਜਥੇਦਾਰ ਨੇ ਕਿਹਾ ਵੀ ਇਹਨੂੰ ਘਰ ਛੱਡ ਕੇ ਆਓ, ਘਰ ਛੱਡਣ ਗਏ। ਅੱਗੋਂ ਜਿਹੜੇ ਘਰ ਵਾਲੇ ਸੀ ਉਹ ਕਹਿੰਦੇ ਅਸੀਂ ਤੇ ਨਹੀਂ ਇੱਦਾਂ ਦੀ ਕੁੜੀ ਰੱਖਦੇ ਜਿਹਨੂੰ ਮੁਸਲਮਾਨ ਚੁੱਕ ਕੇ ਲੈ ਜਾਣ। ਵੀ ਚੁੱਕ ਕੇ ਮੁਸਲਮਾਨ ਲੈ ਗਏ ਤੇ ਤੁਹਾਡੀ ਗਲਤੀ ਹੈ, ਤੁਸੀਂ ਕਿਉਂ ਨਹੀਂ ਮਰੇ ਬਈ? ਕਸੂਰ ਉਸ ਲੜਕੀ ਦਾ ਨਹੀਂ ਸੀਗਾ, ਕਸੂਰ ਤੁਹਾਡਾ ਸੀ ਕਿ ਤੁਸੀਂ ਇੰਨੇ ਜੋਗੇ ਨਹੀਂ ਸੀ ਕਿ ਤੁਸੀਂ ਆਪਣੀ ਧੀ ਨੂੰ ਬਚਾ ਸਕਦੇ। ਧੀ ਉਹ ਜਰਵਾਣੇ ਚੁੱਕ ਕੇ ਲੈ ਗਏ। ਅਗਰ ਉਹਨੂੰ ਸਿੰਘ ਵਾਪਸ ਵੀ ਲੈ ਕੇ ਆਉਂਦੇ ਨੇ ਤੇ ਹਾਲਾਤ ਇਹ ਸੀ ਵੀ ਅਗਲਾ ਕਹਿੰਦਾ ਅਸੀਂ ਘਰ ਨਹੀਂ ਰੱਖਦੇ ਜੀ। ਇਹੋ ਜਿਹੀਆਂ ਬਹੁਤ ਸਾਰੀਆਂ ਸਾਖੀਆਂ ਮਿਲਣਗੀਆਂ। ਉਹ ਧੀਆਂ ਫਿਰ ਸਿੰਘਾਂ ਦੇ ਨਾਲ ਜੰਗਲਾਂ ਵਿੱਚ ਹੀ ਰਹੀਆਂ। ਦੇਖੋ ਸਾਡੇ ਵਿੱਚ ਇਹ ਵੀ ਇੱਕ ਬੁਰਾਈ ਹੈ। ਇੱਕ ਬੱਚੀ ਸਕੂਲ ਜਾਂਦੀ ਹੈ, ਇੱਕ ਬੱਚੀ ਪੜ੍ਹਾਉਣ ਜਾਂਦੀ ਹੈ, ਇੱਕ ਬੱਚੀ ਜੌਬ ਤੇ ਜਾਂਦੀ ਹੈ। ਹੁਣ ਅਗਰ ਉਸ ਬੱਚੀ ਦੇ ਨਾਲ ਕੋਈ ਅਨਿਆਂ ਕਰਦਾ ਹੈ ਤੇ ਉਸ ਤੋਂ ਮਾੜੀ ਗੱਲ ਇਹ ਵੀ ਉਹਨੂੰ ਸਮਾਜ ਵੀ ਨਹੀਂ ਮੁੜ ਕੇ ਮੂੰਹ ਲਾਉਂਦਾ। ਉਸ ਬੱਚੀ ਦਾ ਕੀ ਕਸੂਰ ਹੈ ਭਾਈ?
ਚਾਹੀਦਾ ਤੇ ਸੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਉਹਨੂੰ ਸਜ਼ਾ ਦਿੰਦੇ ਜਿਸ ਬੰਦੇ ਨੇ ਗਲਤੀ ਕੀਤੀ ਹੈ। ਸਜ਼ਾ ਸਾਰੀ ਉਮਰ ਉਸ ਬੱਚੀ ਨੂੰ ਭੋਗਣੀ ਪੈਂਦੀ ਹੈ। ਈਵਨ ਕੋਰਟ ਕਚਹਿਰੀ ਤੱਕ ਵੀ ਉਹਨੂੰ ਸਜ਼ਾ ਭੁਗਤਣੀ ਪੈਂਦੀ ਹੈ। ਤੁਸੀਂ ਐਸੀਆਂ ਬੜੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਜਗ੍ਹਾ ਧੀ ਨੂੰ ਕਹਿਣਾ ਵੀ ਪਿਆ, ਸਾਹਮਣੇ ਵਾਲੇ ਦੇ ਵਕੀਲ ਨੂੰ ਕਹਿਣ ਲੱਗਾ, ਵਕੀਲ ਸਾਹਿਬ ਅੱਛਾ ਹੁੰਦਾ ਕਿਤੇ ਮੇਰੀ ਜਗ੍ਹਾ ਤੁਹਾਡੀ ਧੀ ਹੁੰਦੀ, ਤੁਹਾਨੂੰ ਚੱਜ ਨਾਲ ਪੁੱਛਦੇ ਲੈਂਦੇ ਤੁਸੀਂ ਕਿ ਉਸ ਬੱਚੀ ਨਾਲ ਜ਼ੁਲਮ ਕਿਵੇਂ ਕੀਤਾ ਗਿਆ। ਫਿਰ ਜਾ ਕੇ ਉਹ ਜਿਹੜੀ ਮੂੰਹ ਦੀ ਉਹਦੀ ਭਾਖਿਆ ਉਹ ਰੁਕਦੀ ਹੈ, ਕਿਉਂਕਿ ਫੀਸ ਖਾਧੀ ਹੁੰਦੀ ਉਹਨੇ। ਉਹ ਥੋੜੇ ਜਿਹੇ ਪੈਸੇ ਦੇ ਲਾਲਚ ਵਿੱਚ ਉਹ ਪਾਪ ਕਰ ਰਿਹਾ ਹੁੰਦਾ ਹੈ। ਕਦੇ ਕਦੇ ਵਕੀਲਾਂ ਦੀ ਵੀ ਆਤਮਾ ਜਾਗੀ ਹੈ। ਕੁਝ ਕੇਸ ਐਸੇ ਵੀ ਹੋਏ ਨੇ ਕਿ ਜਿੱਥੇ ਬਲਾਤਕਾਰੀ ਨੂੰ ਕੋਈ ਵਕੀਲ ਨਹੀਂ ਮਿਲਿਆ, ਔਰ ਜਿਹੜਾ ਮਿਲਿਆ ਉਹਨੂੰ ਵਕੀਲਾਂ ਨੇ ਫੜ ਕੇ ਕੁੱਟ ਸੁੱਟਿਆ। ਖਬਰਦਾਰ ਜੇ ਤੂੰ ਇਸ ਪਾਪੀ ਦੇ ਲਈ ਖੜਾ ਹੋਇਆ, ਇਹਨੂੰ ਚੜ੍ਹਨ ਦਿਓ ਫਾਂਸੀ। ਕਿਉਂ ਬਚਾਉਂਦੇ ਤੁਸੀਂ ਐਸੇ ਲੋਕ ਨੂੰ, ਐਸੇ ਬੰਦੇ ਨੂੰ? तो सतगुरु ने बाणी च दर्ज कर देता है कि बिंद राख जो तरिए भाई खुसरे क्यों ना परम गत पाई। केवल ये नहीं कि सिक्खी विच 4 लावां दा पाठ है, लावां दा पाठ नहीं, सतगुरु ने लावां दी पुष्टपनाई भी की है कि विआह होना चाहिए, हर हालत में होना चाहिए, हर कंडीशन में होना चाहिए, ताकि तुसी अपने धर्म नूं ठीक रख सको। हाँ जी। अष्ट विदन के भोग है तिन ते जो विपरीत। इस करके मरदानिया जति 6 ही होए ने। हुण ये जेड़ा जिन्हों असी कहने आ कि मनुख जति है जी, इन्हें विआह नहीं कीता जी, सतगुरु कहंदे इस कर्म दे 8 तरीके ने, अखां नाल, कन्नां नाल, जीभा नाल तुसी अपना जत भंग करदे हो। अखां नाल वेख के भी करदे हो, कन्नां नाल सुण के भी करदे हो, 8 तरीके ने। हाँ जी। पूरन जति सुजानिए लीन काम तह जीत। वो कौन है जिहड़ा पूर्ण जति है? जे आपां ये कहने हैं ना कि जिहड़े पुराने साधु हुंदे सी वो थोड़ा जिहा खांदे सी, उहदे खाण दे पिछे रीजन सी, वो बड़ी अल्पहार सुलभ सी निंद्रा। उन्होंने अपना खाना भी कंट्रोल किया होया सी। वो सिर्फ शरीर नूं उन्नी क ताकत दिंदे सी जिहदे नाल श्वासां दी प्रणाली चलदी रहे। और दूसरा पासा भी है, जे जंगां युद्धां दीयां गल्लां आईयां ते ਸਿੰਘਾਂ ने बकरे भी झटका के छके ने। अज भी तुसीं वेख लो हजूर साहब, वो अज भी बकरा झटकाउंदे ने। हुण ते इत्थे एक दिल्ली दे विच ये गल वापरी है कि उन्होंने इस गल की सगों तरफदारी की है कि भाई जेडे लोग नहीं हटते मीट खाण तो घट्टो घट्ट उन्होंने इस गल तो बचाया जाए भी वो हलाल तो ना खाण। वो मुसलमानी मीट खाई जाते हैं भी जे खाना ही है तो घट्टो घट्ट तुसीं झटका तो खाओ। मेरा ख्याल शायद MCD ने पास भी कर दिता है। मैं इत्थे बैठ के कोई मीट खाण की कोई हमायत नहीं कर रहा। खाना नहीं खाना ये तुहाडा निजी विवेक है। पर उस भैन ने इसे गल की उन्हें पुष्टपनाई की है। वो कहती भी अगर खाना ही है तो फिर ये की होया भी तुसीं जिथे भी जाने उत्थे तुहानूं कलमा पढ़िया मीट मिलदा और तुसीं खाई जाने हो। या तो मरो ना खाओ, जे खाना ही है तो घट्टो घट्ट इस गल का तो पता करो। अगर तुहाडा खाना भी गुलाम है, मतलब इस गल की इस कदर क्यों, मतलब ये एक मनोपली हो गई कि जिथे जाओगे उत्थे कलमा पढ़िया मीट मिलेगा तुहानूं। बाई एयर जाओगे, शताब्दी जाओगे, राजधानी जाओगे, होटल जाओगे,
ਗੱਲ ਤੇ ਮੈਨੂੰ ਠੀਕ ਲੱਗੀ ਉਹਨਾਂ ਦੀ, ਬਿਲਕੁਲ ਠੀਕ ਹੈ। ਖਾਵੇ ਕੋ ਨਾ ਖਾਵੇ ਇਹ ਉਹਦਾ ਆਪਣਾ ਵਿਵੇਕ ਹੈ, ਪਰ ਉਹ ਸ਼ਾਇਦ ਉਹ ਕਾਨੂੰਨ ਬਣਾ ਰਹੇ ਨੇ ਕਿ ਤੁਹਾਨੂੰ ਜਦੋਂ ਇਹ ਮੀਟ ਪਰੋਸਿਆ ਜਾਏਗਾ ਔਰ ਦੱਸਿਆ ਵੀ ਜਾਏਗਾ ਕਿ ਇਹਦੇ ਤੇ ਕਲਮਾ ਪੜਿਆ ਕਿ ਨਹੀਂ ਪੜਿਆ, ਗਲਤ ਇੰਨੀ ਹੈ। ਦੇਖੋ ਮੈਂ ਤੇ ਇਹ ਵੀ ਗੱਲ ਹਮੇਸ਼ਾ ਕਹਿਣਾ ਵੀ ਖੰਡ ਖਾਣ ਦਾ ਤੇ ਕੋਈ ਵਿਵਾਦ ਨਹੀਂ ਨਾ ਹੈਗਾ, ਪਰ ਕਹੋ ਸ਼ੂਗਰ ਵਾਲੇ ਨੂੰ ਖਾਵੇ। ਘਿਓ ਖਾਣ ਦੀ ਤਾਂ ਕੋਈ ਮਨਾਹੀ ਨਹੀਂ ਕਿਸੇ ਧਰਮ ਦੇ ਵਿੱਚ ਵੀ, ਤੇ ਬਲੱਡ ਪ੍ਰੈਸ਼ਰ ਵਾਲੇ ਨੂੰ ਕਹੋ ਵੀ ਇੱਕ ਚਮਚੇ ਘਿਓ ਦੇ ਪਾ ਕੇ ਖਾਇਆ ਕਰ ਸਬਜ਼ੀ 'ਚ। ਤੁਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਪੂਰੀ 84 ਲੱਖ ਦੀ ਪ੍ਰਕਿਰਤੀ ਵਿੱਚ ਇੱਕ ਬੰਦਾ ਜੇ ਜਿਹੜਾ ਕਨਫਿਊਜ਼ ਹੈ ਵੀ ਮੈਂ ਕੀ ਖਾਣਾ ਕੀ ਨਹੀਂ ਖਾਣਾ। ਕੋਈ ਕਾਂ, ਕੋਈ ਚਿੜੀ, ਕੋਈ ਕੀੜੀ, ਕੋਈ ਕਬੂਤਰ, ਕੋਈ ਸੱਪ, ਕੋਈ ਨਿਓਲਾ, ਕੋਈ ਸ਼ੇਰ, ਕੋਈ ਗਿੱਦੜ, ਕੋਈ ਬਘਿਆੜ, ਕੋਈ ਖੋਤਾ, ਕੋਈ ਘੋੜਾ, ਕੋਈ ਕਨਫਿਊਜ਼ ਨਹੀਂ ਹੈ। ਉਹਨਾਂ ਨੂੰ ਪਤਾ ਸੀ ਕੀ ਖਾਣਾ ਕੀ ਨਹੀਂ ਖਾਣਾ। ਇੱਕ ਬੰਦਾ ਜਿਹੜਾ ਕਨਫਿਊਜ਼ ਹੈ। ਔਰ ਖਾਣ ਪੀਣ ਤੋਂ ਤੁਸੀਂ ਵੇਖ ਵੀ ਲਿਆ ਕਿ ਬਰਡ ਫਲੂ, ਸਵਾਈਨ ਫਲੂ, ਜਿੰਨੇ ਫਲੂ ਆਏ ਨੇ ਸਾਰੇ ਇਹ ਇਸੇ ਕਰਕੇ ਹੀ ਆਏ ਨੇ। ਜਿਹੜਾ ਚਾਈਨਾ ਦੇ ਵਿੱਚ ਕਰੋਨਾ ਸਭ ਤੋਂ ਪਹਿਲਾਂ ਆਇਆ ਉਹ ਇਸੇ ਕਰਕੇ ਆਇਆ ਨਾ। ਅਗਰ ਉਸ ਮਿਸਟਰੀ ਨੂੰ ਮੰਨ ਲਿਆ ਜਾਏ ਜਿਹੜੀ ਕਹਾਣੀ ਕਹਿੰਦੇ ਬਣੀ ਹੈ, ਕਿਉਂਕਿ ਇਹ ਪ੍ਰੋਡਕਟ ਜਿਹੜਾ ਹੈ ਬੱਚਾ ਤੇ ਚਾਈਨਾ ਦਾ ਹੀ ਹੈ। ਇਹ ਬੱਚਾ ਤੇ ਜਿਹੜਾ ਕਰੋਨਾ ਹੈ ਇਹ ਧੀ ਪੁੱਤਰ ਉਹਨਾਂ ਚਾਈਨਾ ਵਾਲਿਆਂ ਦਾ ਹੀ ਹੈ। ਕਿ ਅਮਰੀਕਾ ਨੇ ਕੋਈ ਐਸਾ ਉਹਨਾਂ ਨੇ ਯਤਨ ਕੀਤਾ ਕਿ ਜਿਸ ਤਰੀਕੇ ਦੇ ਨਾਲ ਇਹ ਇਸ ਜੀਵਾਣੂ ਨੂੰ ਜਨਮ ਦੇ ਰਹੇ ਸਨ, ਉਹ ਪੂਰੀ ਦੀ ਪੂਰੀ ਜਿਹੜਾ ਸਰਕਟ ਸੀ ਉਹ ਕਰਪਟ ਹੋ ਗਿਆ। ਉਹ ਮੱਛੀਆਂ ਨੇ ਖਾ ਲਿਆ। ਮੱਛੀਆਂ ਤੋਂ ਫਿਰ ਜਿਹੜੇ ਸ਼ਹਿਰ 'ਚ ਸਭ ਤੋਂ ਪਹਿਲਾਂ ਕਰੋਨਾ ਮਿਲਿਆ, ਸਭ ਤੋਂ ਵੱਧ ਮੱਛੀ ਵਰਲਡ ਦੇ ਵਿੱਚ ਉੱਥੇ ਹੈ, ਚਾਈਨਾ ਦੇ ਵਿੱਚ। ਤੋ ਇਸ ਕਥਾ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਤੀ ਕੌਣ ਹੈ, ਨਾਥ ਕੌਣ ਹੈ, ਸਿੱਧ ਕੌਣ ਹੈ। ਇਹ ਵੱਖਰੀਆਂ ਵੱਖਰੀਆਂ ਸਟੇਜਾਂ ਨੇ, ਅਵਸਥਾ ਹੈ ਤੁਹਾਡੀ। ਮੈਂ ਸੋਚਦਾ ਹੁੰਦਾ ਸੀ ਵੀ ਨਰਸ ਦਾ ਮਤਲਬ ਨਰਸ ਹੀ ਹੁੰਦਾ ਹੈ। ਉਸ ਤੋਂ ਬਾਅਦ ਪਤਾ ਲੱਗਾ ਵੀ ਨਹੀਂ, ਇਹਦੀਆਂ ਵੀ 4, 5, 6 ਸਟੇਜਾਂ ਨੇ। ਇੱਕ RN ਹੁੰਦੀ ਹੈ, ਇੱਕ GNM ਹੁੰਦੀ ਹੈ, ਇੱਕ ਪਤਾ ਨਹੀਂ ਉਸ ਤੋਂ ਹੋਰ ਛੋਟੀ ਹੁੰਦੀ, ਵਿਚਾਰੀਆਂ ਭੈਣਾਂ ਪੱਟੀਆਂ ਪੁੱਟੀਆਂ ਕਰਦੀਆਂ ਨੇ। ਉਸ ਤੋਂ ਅੱਗੇ ਹੋਰ ਥੱਲੇ ਵੀ ਹੈ ਜਿਹੜੇ ਸਿਰਫ ਇੱਕ ਹੈਲਪਰ ਦੇ ਤੌਰ ਤੇ ਹੀ ਵਿਚਾਰੀਆਂ ਕੰਮ ਕਰਦੀਆਂ ਨੇ। ਮੈਂ ਤਾਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਮੈਂ ਤੇ ਹੁਣ ਸੁਣ ਕੇ ਹੈਰਾਨ ਹੋ ਗਿਆ। ਅਸੀਂ ਨਿੱਕੇ ਹੁੰਦੇ ਸੁਣਦੇ ਸੀ ਵੀ ਕੰਨ ਦਾ, ਨੱਕ ਦਾ ਤੇ ਗਲੇ ਦਾ ਇੱਕੋ ਹੀ ਡਾਕਟਰ ਹੁੰਦਾ ਹੈ। ਫਿਰ ਆ ਕੇ ਪਤਾ ਲੱਗਾ ਵੀ ਨਹੀਂ, ਵੱਖਰੇ ਵੱਖਰੇ ਹੁੰਦੇ ਨੇ। ਹੁਣ ਜਾ ਕੇ ਪਤਾ ਲੱਗਾ ਵੀ ਅੱਖਾਂ ਦੇ ਵੀ 2 ਡਾਕਟਰ ਹੁੰਦੇ ਨੇ, ਇੱਕ ਸੱਜੀ ਅੱਖ ਦਾ ਵੱਖਰਾ ਹੈ, ਖੱਬੀ ਦਾ ਵੱਖਰਾ ਹੈ। ਹੁਣ ਇਸ ਮੈਡੀਕਲ ਲਾਈਨ ਦਾ ਕੋਈ ਅੰਤ ਤੇ ਹੈ ਨਹੀਂ ਭਾਈ। ਹੱਡੀਆਂ ਦੇ ਪਹਿਲਾਂ ਆਪਾਂ ਸੁਣਦੇ ਸੀ ਵੀ ਇੱਕੋ ਹੀ ਡਾਕਟਰ ਹੈ, ਹੁਣ ਤੁਸੀਂ ਪਤਾ ਕਰ ਲਓ। ਗੋਡਿਆਂ ਦਾ ਹੋਰ ਹੈ, ਪੈਰਾਂ ਦਾ ਹੋਰ ਹੈ। ਮੇਰੇ ਹੱਡੀਆਂ 'ਚ ਪੀੜ ਹੁੰਦੀ ਸੀ, ਤਾਂ ਮੇਰੇ ਅਮਰੀਕਾ ਦੇ ਪ੍ਰਾਇਮਰੀ ਡਾਕਟਰ ਨੇ ਕਿਹਾ ਵੀ ਤੁਹਾਨੂੰ ਪੈਰਾਂ ਦੇ ਡਾਕਟਰ ਕੋਲ ਜਾਣਾ ਪਏਗਾ। ਮੈਂ ਕਿਹਾ ਉਹਦਾ ਕੀ ਮਤਲਬ ਹੈ? ਉਹ ਕਹਿੰਦਾ ਸ਼ਾਇਦ ਪੈਰ ਦੀ ਕੋਈ ਹੱਡੀ ਵਧੀ ਹੈ। ਯਕੀਨ ਕਰਨਾ, ਉਹ ਸਿਰਫ ਪੈਰਾਂ ਦਾ ਡਾਕਟਰ ਹੈ, ਔਰ ਉਹਨੇ ਮੇਰੇ ਦੋਨਾਂ ਹੱਡੀਆਂ 'ਚ ਟੀਕਾ ਲਾਇਆ, ਮੁੜ ਕੇ ਅਜੇ ਤੱਕ ਦਰਦ ਨਹੀਂ ਹੋਈ ਕਦੇ। ਮਤਲਬ ਮੈਡੀਕਲ ਸਾਨੂੰ ਤਾਂ ਇਹ ਨਾ ਵੀ ਸਾਨੂੰ ਗਿਆਨ ਤਾਂ ਕੋਈ ਹੈ ਨਹੀਂ, ਨੌਲੇਜ ਕੋਈ ਹੈ ਨਹੀਂ, ਹਾਸਲ ਅਸੀਂ ਕਰਨੀ ਨਹੀਂ ਚਾਹੁੰਦੇ। ਕਿਤਾਬਾਂ ਲਾਇਬ੍ਰੇਰੀ ਹਰ ਗੁਰਦੁਆਰੇ 'ਚ ਖੁੱਲ੍ਹ ਗਈ ਹੈ, ਤੇ ਪਤਾ ਲੋਕ ਉੱਥੇ ਪੜ੍ਹਦੇ ਕੀ ਨੇ? ਅਖਬਾਰ। ਤੇ ਅਖਬਾਰ 'ਚ ਕੀ ਪੜ੍ਹਦੇ ਨੇ? ਤੁਹਾਨੂੰ ਪਤਾ ਨਿਊਜ਼ ਕੀ ਹੁੰਦੀ ਹੈ? ਹਰ ਮਾੜੀ ਗੱਲ ਨਿਊਜ਼ ਹੁੰਦੀ ਹੈ, ਕੋਈ ਚੰਗੀ ਗੱਲ ਕਦੇ ਨਿਊਜ਼ ਨਹੀਂ ਜੀ ਹੁੰਦੀ। ਚੰਗੀ ਗੱਲ ਤਾਂ ਖੁਸ਼ਖਬਰੀ ਹੁੰਦੀ ਹੈ, ਕੋਈ ਦਿੰਦਾ ਕਿਸੇ ਨੂੰ। ਕਿਸੇ ਦੇ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੋ ਜਾਏ, ਕੋਈ ਨਹੀਂ ਦੱਸੇਗਾ। ਕਿਸੇ ਦਾ ਬੱਚਾ ਘਰੋਂ ਭੱਜ ਜਾਏ,
ਸ਼ਾਮ ਨੂੰ ਟੀਵੀ ਤੇ ਆ ਜਾਏਗਾ। ਮਾੜੀ ਗੱਲ ਹੀ ਨਿਊਜ਼ ਬਣਦੀ ਹੈ। ਲਾਇਬ੍ਰੇਰੀਆਂ ਦੇ ਵਿੱਚ ਲੋਕ ਅਖਬਾਰਾਂ ਪੜ੍ਹਦੇ ਨੇ, ਅਖਬਾਰਾਂ ਦੇ ਵਿੱਚੋਂ ਲੋਕ ਕੀ ਕਰਦੇ ਨੇ, ਸਿਰਫ ਮਾੜੀਆਂ ਗੱਲਾਂ ਪੜ੍ਹਦੇ ਨੇ। ਹਾਲਾਂਕਿ ਕੁਝ ਆਰਟੀਕਲ ਵੀ ਹੁੰਦੇ ਨੇ, ਉਹ 'ਚ ਬੜੇ ਬੜੇ ਅੱਛੇ ਲੇਖ ਹੁੰਦੇ ਨੇ, ਬੜੀਆਂ ਬੜੀਆਂ ਸਰਚ ਵਾਲੀਆਂ, ਉਹਦੇ ਵਿੱਚ ਵੱਖਰੇ ਵੱਖਰੇ ਵਿਦਵਾਨਾਂ ਦੀਆਂ ਉਹਦੇ ਵਿੱਚ ਲਿਖਤਾਂ ਹੁੰਦੀਆਂ ਨੇ। ਕੌਣ ਪੜ੍ਹਦਾ, ਕਿਹਦੇ ਕੋਲ ਟਾਈਮ ਹੈ। ਗੁਰੂ ਨਾਨਕ ਦੇ ਪਿਤਾ ਨੇ ਮਰਦਾਨੇ ਨੂੰ ਸਮਝਾਇਆ ਕਿ ਮਰਦਾਨਿਆ, ਇਹ ਧਰਮ ਵੱਖਰਾ ਵੱਖਰਾ ਹੈ, ਔਰ ਜਿਵੇਂ ਜਿਵੇਂ ਤੁਸੀਂ ਬਦਲਦੇ ਜਾਓਗੇ, ਇੱਥੋਂ ਤੱਕ ਜਾਓਗੇ ਤੇ ਜਤੀ ਹੋ, ਇਸ ਤੋਂ ਅੱਗੇ ਜਾਓਗੇ ਤੇ ਤੁਸੀਂ ਨਾਥ ਹੋ, ਇੱਥੋਂ ਤੱਕ ਜਾਓਗੇ ਤਾਂ ਫਿਰ ਤੁਸੀਂ ਸਿੱਧ ਹੋ। ਖਸ਼ਟ ਜਤੀ ਹੈ ਔਰ ਨ ਕੋਈ, ਸੁਨ ਕਰ ਨਿਰਸੰਸਤਾ ਹੋਈ। ਜਤੀ 6 ਹੀ ਮੰਨੇ ਗਏ ਨੇ। ਇਉਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਦਾ ਜਿਹੜਾ ਸੰਸਾ ਸੀ ਉਹ ਨਿਵਾਰਿਆ। ਹੁਣ ਤੁਸੀਂ ਕਹੋ ਜੀ ਭਾਈ ਮਰਦਾਨਾ ਤੇ ਇੱਕ ਬਿਲਕੁਲ ਅਨਪੜ੍ਹ ਜਿਹਾ ਵਿਅਕਤੀ ਸੀ, ਉਹ ਤਾਂ ਪਿੰਡ 'ਚ ਰਹਿੰਦਾ ਸੀ, ਉਹਨੂੰ ਤਾਂ ਬਹੁਤਾ ਕੁਝ ਆਉਂਦਾ ਨਹੀਂ ਸੀ, ਉਹ ਤਾਂ ਇੱਕ ਖੌਤੀ ਜਾਤੀ ਹੈ, ਮਰਾਸੀ, ਉਹਦੇ ਪਰਿਵਾਰ ਦਾ ਬੱਚਾ ਸੀ। ਉਹ ਭਾਈ ਮੈਂ ਤੇ ਇੱਥੋਂ ਤੱਕ ਵੇਖਿਆ ਕਿ ਆ ਜਿਹੜੀਆਂ ਸਾਡੀਆਂ ਅਨਪੜ੍ਹ ਬੇਬੇ ਨੇ ਨਾ, ਇਹ ਵੀ ਅਮਰੀਕਾ ਕੈਨੇਡਾ ਕਿਤੇ 2-4 ਵਾਰੀ 6-6 ਮਹੀਨੇ ਰਹਿ ਆਉਣ ਤੇ ਇਹ ਵੀ ਅੰਗਰੇਜ਼ੀ ਬੋਲਣ ਲੱਗ ਜਾਂਦੀਆਂ ਨੇ। ਤੇ ਭਾਈ ਮਰਦਾਨੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਸਾਲੋ ਸਾਲ ਜ਼ਿੰਦਗੀ ਗੁਜ਼ਾਰੀ ਹੈ। ਉਹ ਕਿਹਨੂੰ ਨਹੀਂ ਮਿਲੇ, ਔਰ ਕਿਹੜੀ ਗੱਲਬਾਤ ਜਿੱਥੇ ਭਾਈ ਮਰਦਾਨਾ ਗੈਰ ਹਾਜ਼ਰ ਹੈ। ਕਦੇ ਸੁਣਿਆ ਵੀ ਭਾਈ ਮਰਦਾਨੇ ਨੇ ਕਿਹਾ ਵੀ ਤੂੰ ਮਰਦਾਨਿਆਂ ਬਾਹਰ ਜਾ, ਸੀ ਸੱਜੇ ਠੱਗ ਨਾਲ ਇਕੱਲਿਆਂ ਗੱਲ ਕਰਨੀ ਹੈ ਨਾ, ਭੂਮੀਏ ਚੋਰ ਨਾਲ ਗੱਲ ਕਰਨੀ ਹੈ, ਕੌਡੇ ਰਾਖਸ਼ ਨਾਲ ਗੱਲ ਕਰਨੀ ਹੈ, ਤੂੰ ਬਾਹਰ ਚਲੇ ਜਾ, ਤੂੰ ਬਾਹਰ ਬੈਠ, ਨਹੀਂ, ਸਭ ਕੁਝ ਉਹਦੇ ਸਾਹਮਣੇ ਹੋਇਆ ਹੈ। ਇਸ ਕਰਕੇ ਭਾਈ ਮਰਦਾਨੇ ਦੀ ਅਵਸਥਾ ਵੀ ਉੱਚੀ ਸੀ। ਉਹਨਾਂ ਨੇ ਪੁੱਛਿਆ ਬਾਬਾ ਜਤੀ 6 ਹੀ ਕਿਉਂ ਨੇ, ਤੇ ਸਤਿਗੁਰੂ ਨੇ ਉਸ ਦਾ ਭਰਮ ਨਿਵਾਰਿਆ। ਹਾਂਜੀ, ਪੁਨ ਮਰਦਾਨਾ ਬਚਨ ਅਲਾਵੇ, ਅਗਰਜ ਚੱਲੀਐ ਜੇ ਤੁਧ ਭਾਵੇ। ਹੁਣ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਫਿਰ ਅੱਗੇ ਚੱਲੀਏ। ਸਮੇਰ ਪਰਬਤ ਤੇ ਵੇਖ ਲਿਆ, ਹੁਣ ਇਸ ਤੋਂ ਅੱਗੇ ਵੀ ਵੇਖੀਏ ਵੀ ਬਾਕੀ ਦੁਨੀਆ ਕਿੱਥੇ ਹੈ। ਜਿਵੇਂ ਆਪਾਂ ਸ਼ਬਦ ਪੜ੍ਹਦੇ ਨੇ ਵੀ ਧਰਤੀ ਹੋਰ, ਪਰੇ ਹੋਰ, ਹੋਰ, ਇਸੇ ਤਰ੍ਹਾਂ ਦੁਨੀਆ ਪਰੇ ਤੋਂ ਪਰੇ ਹੈ। ਤੁਸੀਂ ਆਕਾਸ਼ਾਂ ਦੀ ਗੱਲ ਕਰੋ, ਆਗਾਸਾਂ, ਆਗਾਸ ਲੱਖ, 1 2 4 ਨਹੀਂ ਹੈ, ਲੱਖਾਂ ਨੇ ਗਗਨ ਮੰਡਲ, ਲੱਖਾਂ ਹੀ ਧਰਤੀਆਂ ਨੇ। ਪਤਾਲਾਂ ਪਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਤਾਤ। ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਇਹ ਰੋਜ਼ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਤੇ ਰੋਜ਼ ਸਤਿਗੁਰੂ ਸਾਨੂੰ ਪੜ੍ਹਾਉਂਦੇ ਨੇ ਕਿ ਮਤ ਸੋਚ ਇਹੀ ਧਰਤੀ ਹੈ। ਕਿਉਂਕਿ ਕਈਆਂ ਨੂੰ ਇਹ ਧਰਤੀ ਦੇ ਥੋੜ੍ਹੇ ਜਿਹੇ ਟੁਕੜੇ ਦਾ ਹੀ ਫਿਕਰ ਪਿਆ ਹੋਇਆ ਵੀ ਜੇ ਕਿਤੇ 2 ਗਜ ਇਹਨੂੰ ਵੱਧ ਜਾਏ, 4 ਗਜ ਮੇਰੀ ਜ਼ਮੀਨ ਇਹਨੂੰ ਵੱਧ ਜਾਏ। ਸਤਿਗੁਰੂ ਕਹਿੰਦੇ ਤੇ ਇੱਕ ਧਰਤੀ ਹੈ, ਇਹਦੇ ਥੱਲੇ ਲੱਖਾਂ ਧਰਤੀਆਂ ਨੇ। ਬਾਹਰ ਨਿਕਲੋਗੇ ਤੇ ਪਤਾ ਲੱਗੇਗਾ ਦੇਸ਼ਾਂ ਨੇ ਸਮੁੰਦਰ ਵੀ ਵੰਡੇ ਹੋਏ ਨੇ, ਆਕਾਸ਼ ਵੰਡੇ ਹੋਏ ਨੇ। ਕਿੰਨੇ ਵਾਰੀ ਹੋ ਚੁੱਕਾ ਹੈ। ਪਾਕਿਸਤਾਨ ਨੇ ਕਿਹਾ ਜੀ ਸਾਡੇ ਇਲਾਕੇ ਵਿੱਚ ਤੁਹਾਡਾ ਜਹਾਜ਼ ਆ ਗਿਆ, ਵੀ ਪੁੱਛੋ ਵੀ ਤੁਸੀਂ ਉੱਤੋਂ ਕੀ ਵੰਡ ਲਿਆ ਬਈ, ਉਹ ਕਿਹੜਾ ਕੋਈ ਦੀਵਾਰ ਤੋੜ ਕੇ ਅੰਦਰ ਚਲਾ ਗਿਆ। ਹਾਂ, ਇਹ ਦੀਵਾਰਾਂ ਅੱਜ ਪਾਲੀਆਂ ਗਈਆਂ ਨੇ। ਅਗਰ ਸਰਕਾਰ ਚਾਹਵੇ ਨਾ ਤੇ ਤੁਸੀਂ 2 ਮੀਟਰ ਅੱਗੇ ਪਿੱਛੇ ਹੋ ਜਾਓ, ਤੁਸੀਂ ਇੱਧਰ ਆਓਗੇ ਨੈਟਵਰਕ ਆਏਗਾ ਫੋਨ ਦਾ, ਦੂਜੇ ਪਾਸੇ ਜਾਓਗੇ ਨਹੀਂ ਆਏਗਾ। ਹੁਣ ਤੋਂ ਚੀਜ਼ ਬੰਦ ਹੋ ਗਈ, ਅੱਜ ਤੋਂ 10-12 ਸਾਲ ਪਹਿਲਾਂ ਆਈ ਸੀ ਕਿ ਤੁਹਾਡੇ ਫੋਨ ਦੇ ਉੱਪਰ ਤੁਹਾਡੀ ਲੋਕੇਸ਼ਨ ਡਿਸਪਲੇ ਹੁੰਦੀ ਸੀ। ਤੁਹਾਡਾ ਫੋਨ ਹੀ ਦੱਸਦਾ ਸੀ ਵੀ ਤੁਸੀਂ ਰਾਜੀਵ ਚੌਂਕ ਖਲੋਤੇ ਹੋ, ਤੁਹਾਡਾ ਫੋਨ ਹੀ ਗੱਡੀ 'ਚ ਬੈਠਾ ਦੱਸੀ ਜਾਂਦਾ ਸੀ ਵੀ ਹੁਣ ਤੁਸੀਂ ਪਾਣੀਪਤ ਪਹੁੰਚ ਗਏ ਹੋ।
ਉਹ ਮੁੜ ਕੇ ਫਿਰ ਸਿਕਿਉਰਿਟੀ ਦੇ ਰੀਜਨ ਕਰਕੇ ਇਹਨਾਂ ਨੇ ਬੰਦ ਕਰ ਦਿੱਤਾ। ਤੇ ਇਹਦਾ ਮਤਲਬ ਇਹ ਥੋੜਾ ਵੀ ਉਹ ਹਟ ਗਿਆ ਹੈ। ਇਸੇ ਕਰਕੇ ਜਦੋਂ ਪੁਲਿਸ ਨੂੰ ਲੋੜ ਪਵੇ ਉਹਦੇ ਦੱਸ ਦਿੰਦੀ ਪੁਲਿਸ ਫਲਾਣਾ ਬੰਦਾ ਕਿੱਥੇ ਹੈ, ਕਿਉਂਕਿ ਤੁਹਾਡਾ ਮੋਬਾਈਲ ਆਪਣੇ ਆਪ 'ਚ ਨੈਵੀਗੇਸ਼ਨ ਹੈ, ਉਹ ਦੱਸ ਰਿਹਾ ਤੁਹਾਡੀ ਲੋਕੇਸ਼ਨ। ਆ ਜਿਹੜੀ ਓਲਾ ਆਲਾ ਤੁਸੀਂ ਟੈਕਸੀ ਬੁੱਕ ਕਰਦੇ ਹੋ, ਅਗਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਦਿਓ ਤਾਂ ਤੁਸੀਂ ਖੜੇ ਖਲੋਤੇ ਆਪ ਵੇਖ ਸਕਦੇ ਹੋ ਵੀ ਉਹ ਗੱਡੀ ਕਿੱਧਰ ਡਰਾਈਵਰ ਠੀਕ ਚਲਾ ਰਿਹਾ ਹੈ, ਬਾਰੀ ਖੁੱਲੀ ਹੈ, ਬਾਰੀ ਬੰਦ ਹੈ, ਕਿਸੇ ਚੌਂਕ ਤੋਂ ਗਲਤ ਤਾਂ ਨਹੀਂ ਮੋੜੀ ਉਸਨੇ। ਪਰ ਇਹ ਤਾਂ ਜੇ ਆਪਾਂ ਥੋੜਾ ਜਿਹਾ ਅੱਗੇ ਤੁਰੀਏ ਤਾਂ ਪੜ੍ਹਨਾ ਤਾਂ ਅਸੀਂ ਜਪਜੀ ਸਾਹਿਬ ਨਹੀਂ, ਪੜ੍ਹਨਾ ਅਸੀਂ ਸੁਖਮਨੀ ਸਾਹਿਬ ਨਹੀਂ, ਪੜ੍ਹਨੀ ਅਸੀਂ ਰਹਿ ਰਾਸ ਨਹੀਂ। ਸਿੱਖੀ ਸਾਡੇ ਸਿਰ ਨੂੰ ਚੜੀ ਹੋਈ ਹੈ, ਇੱਕ ਦੂਜੇ ਨਾਲ ਅਸੀਂ ਲੜ ਲੜ ਕੇ ਮਰੀ ਜਾਂਦੇ ਹਾਂ। ਬਾਣੀ ਪੜ੍ਹੋ, ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰੋ, ਆ ਕਥਾ ਸੁਣੋ, ਫਿਰ ਪਤਾ ਲੱਗੇਗਾ ਵੀ ਸਿੱਖੀ ਇਦਾਂ ਦੀ ਹੈ। ਸਾਡੇ ਪਿੰਡ ਸੱਪ ਲੈ ਕੇ ਜੋਗੀ ਆ ਜੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਉਹਨਾਂ ਸੱਪਾਂ ਵਾਲੇ ਜੋਗੀਆਂ ਦੇ ਸਾਰੇ ਬਾਪ ਨੇ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠੇ ਨੇ, ਔਰ ਇੱਕ ਇੱਕ ਜੋਗੀ ਨੇ ਕਿਹਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ। ਏਡੇ ਵੱਡੇ ਸਤਿਗੁਰੂ ਨੂੰ ਮੰਨਦੇ ਹੋ ਤੁਸੀਂ? ਇਹ ਨਹੀਂ ਕਿ ਜਿੱਡੀ ਇੱਕ ਫੋਟੋ ਖਰੀਦ ਲਈ ਓਡਾ ਕਿ ਬਾਬਾ ਨਾਨਕ ਹੈ, ਨਹੀਂ, ਬਾਬਾ ਨਾਨਕ ਸਭ ਤੋਂ ਵੱਡਾ ਹੈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਭਾਈ ਮਰਦਾਨੇ ਨੂੰ ਸਮਝਾਇਆ, ਭਾਈ ਮਰਦਾਨਾ ਸਮਝ ਗਿਆ। ਹੁਣ ਉਹ ਕਹਿੰਦਾ ਜੀ ਅੱਗੇ ਚੱਲੀਏ, ਸਤਿਗੁਰੂ ਕਹਿੰਦੇ ਚੱਲ ਭਾਈ, ਕਿਉਂਕਿ ਪ੍ਰਕਿਰਤੀ ਪਰੇ ਤੋਂ ਪਰੇ ਹੈ, ਇਹਦਾ ਅੰਤ ਕਿਤੇ ਨਹੀਂ ਹੈ। ਹਾਂਜੀ। ਇਨ ਤੇ ਊਚੇ ਥਾਨ ਬਸ਼ੇਖਾ, ਤਿੰਨ ਕੋ ਚਾਹਤ ਹਉ ਮੈਂ ਦੇਖਾ। ਇਨ ਤੇ ਊਚੇ ਥਾਨ ਵਸ਼ੇਖਾ, ਸਤਿਗੁਰੂ ਕਹਿਣ ਲੱਗੇ ਇਹਦੇ ਤੋਂ ਵੀ ਉੱਚੀਆਂ ਥਾਵਾਂ ਹੈਗੀਆਂ ਨੇ, ਸਮੇਰ ਪਰਬਤ ਤੋਂ। ਭਾਈ ਮਰਦਾਨਾ ਕਹਿੰਦਾ ਜੀ ਮੈਂ ਵੇਖਣਾ ਚਾਹੁੰਦਾ। ਹਾਂਜੀ। ਸ਼੍ਰੀ ਗੁਰ ਕਹੈ ਬਿਲੰਬ ਨ ਕੋਈ, ਚੱਲ ਦੇਖੋ ਦੇਖਣ ਹਿਤ ਜੋਈ। ਸਤਿਗੁਰੂ ਕਹਿਣ ਲੱਗੇ ਚੱਲ ਮਰਦਾਨਿਆ, ਹੁਣ ਕੋਈ ਦੇਰੀ ਨਹੀਂ ਹੈ, ਜੋ ਜਿਸ ਕਾਰਜ ਲਈ ਆਪਾਂ ਆਏ ਸੀ ਉਹ ਹੋ ਗਿਆ। ਸਤਿਗੁਰੂ ਜੋਗੀਆਂ ਨੂੰ ਦੱਸਣ ਗਏ ਸੀ ਵੀ ਸਮੇਰ ਪਰਬਤ ਤੇ ਬਹਿਣ ਨਾਲ ਤੁਸੀਂ ਸਿਰਮੋਰ ਨਹੀਂ ਹੋ ਗਏ। ਕਈ ਮੇਰੇ ਵਰਗੇ ਇਦਾਂ ਦੇ ਵੀ ਹੁੰਦੇ ਨੇ ਵੀ ਉਹ ਦੋ ਇੱਟਾਂ ਥੱਲੇ ਰੱਖ ਕੇ ਤੇ ਉੱਚੀ ਥਾਂ ਖਲੋ ਕੇ ਉਹ ਸਮਝਦੇ ਵੀ ਅਸੀਂ ਸਾਰਿਆਂ ਨਾਲੋਂ ਉੱਚੇ ਹੋ ਗਏ। ਨਹੀਂ, ਇਦਾਂ ਵਿਅਕਤੀ ਉੱਚਾ ਨਹੀਂ ਹੁੰਦਾ। ਉੱਚਾ ਵਿਅਕਤੀ ਆਪਣੇ ਕਿਰਦਾਰ ਕਰਕੇ ਹੁੰਦਾ, ਆਪਣੇ ਗੁਣਾਂ ਕਰਕੇ ਹੁੰਦਾ, ਆਪਣੀਆਂ ਇਸ਼ਾਈਆਂ ਕਰਕੇ ਹੁੰਦਾ ਹੈ। ਅਗਰ ਉਦਾਂ ਹੀ ਉੱਚਾ ਹੋਵੇ ਤੇ ਲੋਕ ਉਹਨੂੰ ਲਮਟੀਨ ਕਹਿੰਦੇ ਨੇ। ਕੇਵਲ ਉਦਾਂ ਹੀ ਤੁਸੀਂ, ਤੁਹਾਡੀ ਹਾਈਟ ਵੱਧ ਹੈ ਤੇ ਉਹਦਾ ਸਮਾਜ ਵਿੱਚ ਠੀਕ ਹੈ ਵੀ ਉਹਨੂੰ ਜਿੰਨਾ ਕੁ ਉਹਦਾ ਕੱਦ ਲੰਬਾ ਹੈ ਉਹਨਾਂ ਕੁ ਤਾਂ ਉਹਨੂੰ ਇੱਕ ਪੱਖ ਤੋਂ ਉਹਨੂੰ ਮਿਲੇਗਾ ਹੀ ਮਿਲੇਗਾ। ਉਸ ਦਾ ਲੋਕ ਉਹਦੇ ਨਾਲ ਖਲੋ ਕੇ ਫੋਟੋਆਂ ਵੀ ਖਿਚਾ ਲੈਣ, ਪਰ ਇਹ ਤਾਂ ਨਹੀਂ ਨਾ ਕਿ ਲੋਕ ਉਹਦੇ ਪੈਰੀਂ ਹੱਥ ਲਾਉਣਗੇ ਜਾਂ ਲੋਕ ਉਹਦੀ ਪੂਜਾ ਮਾਨਤਾ ਕਰਨਗੇ। ਪਰ ਸਤਿਗੁਰੂ ਦੀ ਬਾਣੀ 'ਚ ਲਿਖਿਆ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਦੋਂ ਅਸੀਂ ਕਿਸੇ ਚੰਗੇ ਵਿਅਕਤੀਆਂ ਦਾ ਮਾਣ ਸਨਮਾਨ ਵੇਖਦੇ ਹਾਂ ਸਾਨੂੰ ਈਰਖਾ ਬੜੀ ਆਉਂਦੀ ਹੈ, ਪਰ ਸਾਨੂੰ ਸੋਚਣਾ ਚਾਹੀਦਾ ਹੈ ਵੀ ਤੁਹਾਡੇ ਈਰਖਾ ਕਰਨ ਨਾਲ ਕੀ ਹੋਏਗਾ। ਜਿਨ੍ਹਾਂ ਨੇ ਰੱਬ ਨੂੰ ਪੂਜਿਆ, ਰੱਬ ਨੇ ਉਹਨਾਂ ਦੀ ਪੂਜਾ ਕਰਾਉਣੀ ਹੈ, ਤੁਸੀਂ ਕਰ ਲਓ ਈਰਖਾ ਜਿੰਨੀ ਕਰਨੀ, ਕੀ ਫਰਕ ਪੈਂਦਾ। ਜਿਨ੍ਹਾਂ ਨੇ ਰੱਬ ਦਾ ਮਾਣ ਸਨਮਾਨ ਕੀਤਾ ਹੈ ਉਹਨਾਂ ਦਾ ਮਾਣ ਸਨਮਾਨ ਰੱਬ ਨੇ ਦੁਨੀਆ ਤੋਂ ਕਰਾਉਣਾ ਹੀ ਕਰਾਉਣਾ ਹੈ। ਇਸੇ ਕਰਕੇ ਜਿਹੜੇ ਲੋਕ ਰੱਬ ਦੇ ਨਾਂ ਤੇ ਦਿੰਦੇ ਨੇ ਤੇ ਰੱਬ ਨੇ ਫਿਰ ਉਹਨਾਂ ਦੀਆਂ ਝੋਲੀਆਂ ਭਰਨੀਆਂ ਹੀ ਭਰਨੀਆਂ ਨੇ ਭਾਈ, ਘਾਟਾ ਹੈ ਹੀ ਕੋਈ ਨਹੀਂ। ਹਾਂਜੀ। ਅਸ ਕਹਿ ਕਰ ਸ਼੍ਰੀ ਗੁਰ ਸੁਖਕਾਰੀ, ਗਮਨ ਹੇਤ ਪੁਨ ਕੀਨੀ ਤਿਆਰੀ। ਇਉਂ ਕਹਿ ਕੇ ਗੁਰੂ ਨਾਨਕ ਸਾਹਿਬ ਉੱਠ ਕੇ ਤਿਆਰ ਹੋਏ, ਚੱਲਣ ਲੱਗੇ ਨੇ। ਹਾਂਜੀ। ਭਿਖ ਕਰ ਗੋਪੀ ਚੰਦ ਬਖਾਨਾ, ਮੰਗਲ ਨਾਥ ਸੁਣੋ ਦੇ ਕਾਨਾ। ਗੋਪੀ ਚੰਦ ਨਾਥ ਨੇ ਮੰਗਲ ਨਾਥ ਨੂੰ ਕਿਹਾ ਵੀ ਨਾਨਕ ਜੀ ਤਾਂ ਚੱਲੇ। ਹੁਣ ਇਹ ਤਾਂ ਹੈ ਨਹੀਂ ਸੀ ਵੀ ਉਹਨਾਂ ਨੇ ਕੋਈ ਸਮਾਨ ਪੈਕ ਕੀਤਾ ਹੋਏਗਾ, ਉਹਨਾਂ ਨੇ ਕੋਈ ਬਾਹਰ ਗੱਡੀ ਮੰਗਾਈ ਹੋਏਗੀ, ਉੱਥੇ ਕੋਈ ਖੱਚਰਾਂ ਘੋੜੇ ਆਏ ਹੋਣਗੇ। ਉਹ ਜਦੋਂ ਸਮਾਨ ਦੀ ਲੋਡਿੰਗ ਸ਼ੁਰੂ ਹੋਈ ਤੇ ਉਹਨਾਂ ਨੂੰ ਪਤਾ ਲੱਗਾ ਹੋਏਗਾ ਵੀ ਬਾਬੇ ਨਾਨਕ ਦੇ ਕੋਲ ਕੀ ਸੀ। ਬਾਬੇ ਨਾਨਕ ਕੋਲ ਤੇ ਦੋ ਖੜਾਵਾਂ ਸੀ ਪੈਰਾਂ ਵਿੱਚ,
ਤੇ ਤਨ ਦੇ 3 ਕੱਪੜੇ ਸੀ, ਈਵਨ ਖੱਪਰ ਵੀ ਹੈ ਨਹੀਂ ਸੀ। ਭਾਈ ਮਰਦਾਨੇ ਕੋਲ ਕੀ ਸੀ? ਨਾ ਭਾਈ ਮਰਦਾਨੇ ਕੋਲ ਕੋਈ ਸੂਟਕੇਸ ਸੀ, ਨਾ ਕੋਈ ਬੈਗ ਸੀ। ਉਹਨਾਂ ਦੇ ਕੋਲ ਕੀ ਸੀ? ਉਹਨਾਂ ਕੋਲ ਇੱਕ ਰਬਾਬ ਸੀ, ਉਹ ਚੁੱਕ ਕੇ ਤੁਰ ਪੈਂਦੇ ਸੀ। ਇਹ ਗੱਲਾਂ ਬੈਠ ਕੇ ਇਮੇਜਿਨ ਕਰਨ ਵਾਲੀਆਂ ਨੇ ਵੀ ਇਹ ਸਭ ਕੁਝ ਹੁੰਦਾ ਕਿਵੇਂ ਹੋਏਗਾ। ਉਹ ਕੱਪੜੇ ਕਦੋਂ ਮੈਲੇ ਹੁੰਦੇ ਹੋਣਗੇ, ਕਦੋਂ ਸਤਿਗੁਰੂ ਉਹਨਾਂ ਨੂੰ ਦੁਬਾਰਾ ਧੋ ਕੇ ਪਾਉਂਦੇ ਹੋਣਗੇ। ਹੁਣ ਜਿਹੜੇ ਧਰਮ ਦੇ ਵਿੱਚ ਇਹ ਗੱਲ ਹੈ ਕਿ ਰੋਜ਼ ਹੀ ਇਸ਼ਨਾਨ ਕਰਨਾ ਹੈ, ਕਿ ਆਪਾਂ ਕੀ ਸੋਚਦੇ ਵੀ ਸਾਡਾ ਗੁਰੂ ਕਰਦਾ ਹੀ ਨਹੀਂ ਹੋਏਗਾ। ਫਿਰ ਅੱਜ ਤੁਸੀਂ ਵੇਖ ਲਓ, ਇੱਕ ਥਾਂ ਤੇ ਦੂਜੀ ਥਾਂ ਤੇ ਜਾਓ, ਤੁਹਾਨੂੰ ਬੋਲਣ ਦੀ, ਗੱਲ ਸਮਝਣ ਦੀ, ਸਮਝਾਉਣ ਦੀ ਕਿੰਨੀ ਪ੍ਰੋਬਲਮ ਆਉਂਦੀ ਹੈ। ਕਿਤੇ ਜਾ ਕੇ ਅੱਜ ਮੇਰੇ ਵਰਗੇ ਨੂੰ ਵੀ ਸੋਚਣਾ ਪੈਂਦਾ ਵੀ ਜੇ ਇੰਗਲਿਸ਼ ਅਗਰ ਵਰਲਡ ਦੀ ਇੰਟਰਨੈਸ਼ਨਲ ਲੈਂਗੁਏਜ ਨਾ ਹੁੰਦੀ ਤੇ ਦੁਨੀਆ ਦਾ ਕਮਿਊਨੀਕੇਸ਼ਨ ਕਿੱਦਾਂ ਹੋਣਾ ਸੀ। ਪਰ ਕਦੇ ਸੋਚਿਆ ਵੀ ਬਾਬੇ ਨਾਨਕ ਦਾ ਕਿਵੇਂ ਹੁੰਦਾ ਹੋਏਗਾ। ਅਰਬ ਵਿੱਚ ਗਏ, ਹੁਣ ਕੀ ਸਤਿਗੁਰੂ ਜੀ ਨੂੰ ਅਰਬੀ ਆਉਂਦੀ ਹੋਏਗੀ ਜਾਂ ਉਹਨਾਂ ਨੂੰ ਪੰਜਾਬੀ ਆਉਂਦੀ ਹੋਏਗੀ? ਜੋਗੀਆਂ ਕੋਲ ਸੁਮੇਰ ਪਰਬਤ ਦੇ ਗਿਆ, ਉਹਨਾਂ ਨੂੰ ਕਿਹੜੀ ਭਾਸ਼ਾ ਆਉਂਦੀ ਹੋਏਗੀ? ਸਤਿਗੁਰੂ ਨੂੰ ਕਿਹੜੀ ਆਉਂਦੀ ਹੋਏਗੀ? ਕੌਣ ਇੰਟਰਪ੍ਰੇਟਰ ਹੋਏਗਾ? ਕੌਣ ਉਹਨਾਂ ਦੀਆਂ ਗੱਲਾਂ ਦੇ ਟਰਾਂਸਲੇਸ਼ਨ ਕਰ ਕਰਕੇ ਦੱਸਦਾ ਹੋਏਗਾ? ਨਹੀਂ, ਉੱਥੇ ਕੋਈ ਟਰਾਂਸਲੇਸ਼ਨ ਕਰਨ ਵਾਲਾ ਨਹੀਂ ਸੀ। ਇਹਦਾ ਅਰਥ ਹੈ ਵੀ ਤੁਹਾਡੇ ਸਤਿਗੁਰੂ ਨੂੰ ਸਾਰੀਆਂ ਭਾਸ਼ਾ ਆਉਂਦੀਆਂ ਸੀ। ਕਦੇ ਸੋਚਿਆ ਵੀ ਬਾਬਾ ਨਾਨਕ ਇੱਦਾਂ ਦਾ ਵੀ ਸੀਗਾ? ਉਹ ਇੱਕ ਨਿੱਕੀ ਜਿਹੀ ਫੋਟੋ ਲੈ ਲਈ, ਉਹ ਆਲੇ 'ਚ ਰੱਖ ਲਈ, ਸਵੇਰੇ ਧੂਪ ਬੱਤੀ ਅਗਰਬੱਤੀ ਕਰ ਲਈ, ਬਾਬਾ ਸੁੱਖ ਰੱਖੀ। ਨਹੀਂ, ਇੱਦਾਂ ਨਹੀਂ। ਜਦੋਂ ਅਸੀਂ ਬਾਬੇ ਨਾਨਕ ਦੇ ਪੈਰੋਕਾਰ ਬਣਾਂਗੇ ਤੇ ਦੁਨੀਆ ਵਿੱਚ ਤੁਹਾਡੀ ਜੈ ਜੈਕਾਰ ਹੋਏਗੀ। ਹਾਂਜੀ। ਨਾਨਕ ਤਪਾ ਚੱਲਣ ਭੇ ਤਿਆਰੂ, ਚਲੋ ਆਪ ਕੀ ਜੇ ਸਤਕਾਰੂ। ਹੁਣ ਇੱਥੇ ਗੋਪੀਨਾਥ ਨੇ ਮੰਗਲਨਾਥ ਨੂੰ ਕਿਹਾ ਕਿ ਨਾਨਕ ਤੱਪਾ ਜੀ ਚੱਲੇ ਨੇ, ਉਠੋ ਮੰਗਲਨਾਥ ਜੀ, ਆਪਾਂ ਉੱਠ ਕੇ ਉਹਨਾਂ ਦਾ ਸਤਿਕਾਰ ਕਰੀਏ। ਉਹ ਚੱਲੇ ਨੇ ਤੇ ਉਹਨਾਂ ਨੂੰ ਸਾਨੂੰ ਤੋਰਨਾ ਚਾਹੀਦਾ ਉੱਠ ਕੇ। ਹੁਣ ਆਪਾਂ ਸੋਚੀਏ ਵੀ ਅੱਜ ਪੜ੍ਹੇ ਲਿਖੇ ਤੇ ਸਾਨੂੰ ਸੀ ਆਫ ਕਰਨਾ ਆਉਂਦਾ ਹੈ। ਨਹੀਂ, ਇਹਨਾਂ ਜੋਗੀਆਂ ਨੂੰ ਵੀ ਆਉਂਦਾ ਸੀ। ਅੰਗਰੇਜ਼ੀ ਨਹੀਂ ਸੀ ਆਉਂਦੀ, ਪਰ ਸੀ ਆਫ ਕਰਨਾ ਆਉਂਦਾ ਸੀ ਕਿ ਕੋਈ ਵਿਅਕਤੀ ਜਾਵੇ ਤੇ ਉਹਨੂੰ ਵਿਦਾ ਕਿਵੇਂ ਕਰੀਦਾ, ਇਹ ਤਰੀਕਾ ਉਹਨਾਂ ਨੂੰ ਆਉਂਦਾ ਸੀ। ਹਾਂਜੀ। ਜੇ ਤੁਮ ਕਹਿ ਰਹੈ ਇਹ ਥਾਈ, ਜਾਂ ਤੇ ਨੀਕੀ ਅਪਰ ਨ ਕਾਈ। ਗੋਪੀ ਚੰਦ ਮੰਗਲਨਾਥ ਨੂੰ ਕਹਿੰਦਾ ਵੀ ਤੇਰੀ ਮੰਨ ਲੈਂਦੇ ਨੇ ਤੇ ਜਾ ਕਹਿ ਖਾ ਇੱਥੇ ਰਹਿ ਲੈਣ, ਤੇ ਜੇ ਕਿਤੇ ਇੱਥੇ ਰਹਿ ਲੈਣ ਤੇ ਆਪਾਂ ਰੋਜ਼ ਸੰਗਤ ਕਰਿਆ ਕਰਾਂਗੇ, ਰੋਜ਼ ਦਰਸ਼ਨ ਕਰਿਆ ਕਰਾਂਗੇ। ਹਾਂਜੀ। ਇਨ ਕੇ ਬਚਨ ਗਿਆਨ ਮਹਿ ਪੀਨੇ, ਹੋਏ ਸਥਾਨ ਤੈ ਸੰਗਤ ਕੀਨੇ। ਇਹਨਾਂ ਦੇ ਬਚਨਾਂ ਵਿੱਚ ਗਿਆਨ ਹੈ, ਇਹਨਾਂ ਦੀ ਸੰਗਤ ਕਰਾਂਗੇ ਤੇ ਆਪਾਂ ਸਨਾਤ ਹੋ ਜਾਵਾਂਗੇ। ਗੋਪੀ ਚੰਦ ਮੰਗਲਨਾਥ ਨੂੰ ਕਹਿੰਦਾ ਹੈ, ਗੋਪੀਨਾਥ। ਹਾਂਜੀ। ਕਹਿਤ ਪਰਸ ਪਰ ਬਚਨ ਬਿਲਾਸੂ, ਚੱਲ ਆਏ ਸ਼੍ਰੀ ਗੁਰ ਕੇ ਪਾਸੂ। ਇਹੋ ਦੋਵੇਂ ਜਣੇ ਗੱਲਾਂ ਕਰਦੇ ਕਰਦੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਕੋਲ ਪਹੁੰਚਦੇ ਨੇ। ਹਾਂਜੀ। ਘੁੱਗੂ ਨਾਥ ਸੋ ਮੰਗਲ ਨਾਥਾ, ਪ੍ਰਾਨ ਨਾਥ ਆਵਾ ਹਿਤ ਸਾਥਾ। ਪਹਿਲਾਂ 2 ਤੁਰੇ ਤੇ ਦੋਵਾਂ ਦੇ ਨਾਲ 2 ਹੋਰ ਰਲ ਗਏ। ਘੁੱਗੂ ਨਾਥ ਵੀ ਰਲ ਗਿਆ, ਪ੍ਰਾਨ ਨਾਥ ਵੀ ਰਲ ਗਿਆ। ਗੋਪੀ ਚੰਦ ਮੰਗਲਨਾਥ ਪਹਿਲਾਂ ਹੀ ਸੀ। ਹਾਂਜੀ। ਪਰਥਰ ਗੋਪੀ ਚੰਦ ਸੁਜਾਨਾ, ਬੈਠ ਸਮੀਪੈ ਪ੍ਰੇਮ ਮਹਾਨਾ। ਉੱਥੇ ਭਰਥਰੀ ਵੀ ਆ ਗਿਆ। ਇਹ ਸਾਰੇ ਬੜੇ ਪ੍ਰੇਮ ਵਿੱਚ ਆ ਕੇ ਸਤਿਗੁਰੂ ਜੀ ਦੇ ਕੋਲ ਬੈਠੇ ਨੇ। ਹਾਂਜੀ। ਹੱਥ ਬੰਦ ਕੈ ਬਚਨ ਅਲਾਏ, ਰਹੋ ਇਹਾਂ ਕਿਉ ਤਪਾ ਸਿਦਾਏ। ਇਹਨਾਂ ਨੇ ਆਖਿਆ ਮਹਾਰਾਜ ਕਿਉਂ ਚੱਲੇ ਹੋ, ਇੱਥੇ ਰਹੋ। ਏਡੀ ਸੋਹਣੀ ਰਮਣੀਕ ਸੁਮੇਰ ਪਰਬਤ ਦੀ ਧਰਤੀ ਹੈ। ਹਾਂਜੀ। ਸਿੱਧ ਮੰਡਲੀ ਕਰੋ ਸਨਾਥਾ, ਵੈਸੇ ਕਰੋ ਨਿਰੰਜਨ ਗਾਥਾ। ਤੁਸੀਂ ਇੱਥੇ ਹੋਵੋਗੇ ਤੇ ਅਸੀਂ ਅਨਾਥ ਨਹੀਂ ਹੋਵਾਂਗੇ, ਸਾਡੇ ਤੁਸੀਂ ਮਾਲਕ ਹੋ। ਅਸੀਂ ਸਨਾਥ ਹੋਵਾਂਗੇ, ਅਨਾਥ ਨਹੀਂ ਹੋਵਾਂਗੇ। ਸੱਸਾ ਸ਼ਬਦ ਅੱਗੇ ਲਾਓਗੇ ਤੇ ਸਨਾਥ ਹੋ ਜਾਏਗਾ, ਜਿਹਦਾ ਕੋਈ ਮਾਲਕ ਹੋਵੇ। ਐੜਾ ਅੱਗੇ ਲਾ ਦਿਓਗੇ ਤੇ ਅਨਾਥ ਹੈ, ਜਿਹਦਾ ਕੋਈ ਵੀ ਨਾ ਹੋਵੇ।
ਜਿਵੇਂ ਅਸੀਂ ਕਿਸੇ ਦੀ ਕਹਿ ਦਿੰਦੇ ਆ ਕਿਤੇ ਯਤੀਮ ਹੈ, ਅਨਾਥ ਦਾ ਅਰਥ ਯਤੀਮ, ਅਨਾਥ ਆਸ਼ਰਮ ਜਾਂ ਯਤੀਮ ਖਾਨਾ ਅਰਥ ਇੱਕੋ ਹੀ ਨੇ। ਯਤੀਮ ਖਾਨਾ ਕਹਿ ਦਿਓ, ਅਨਾਥ ਆਸ਼ਰਮ ਕਹਿ ਦਿਓ, ਕੋਈ ਫਰਕ ਨਹੀਂ ਹੈ, ਅਰਥ ਇੱਕੋ ਹੀ ਨੇ। ਉਹ ਥਾਂ ਜਿੱਥੇ ਕੋਈ ਕਿਸੇ ਦਾ ਨਾ ਹੋਵੇ ਤੇ ਉੱਥੇ ਰਹਿੰਦੇ ਹੋਣ। ਵੈਸੇ ਕਰੋ ਨਿਰੰਜਨ ਗਾਥਾ, ਬੈਠੋ ਨਾਨਕ ਤੱਪਾ ਜੀ ਰੱਬ ਦੀਆਂ ਗੱਲਾਂ ਸੁਣਾਓ। ਹਾਂਜੀ। ਨਹਿ ਤੁਮ ਕੋ ਜੰਜਾਰ ਕਛ ਰਹਿਓ ਨ ਕੋ ਕਾਜ। ਤੁਹਾਡੇ ਜੀਵਨ ਵਿੱਚ ਜੰਜਾਲ ਤੇ ਕੋਈ ਹੈ ਨਹੀਂਗਾ, ਕੋਈ ਬੰਧਨ ਤਾਂ ਹੈ ਨਹੀਂ, ਕੰਮ ਵੀ ਕੋਈ ਨਹੀਂ ਹੈਗਾ ਤੁਹਾਨੂੰ। ਸਾਰੇ ਕੰਮ ਤੁਸੀਂ ਆਪ ਕਿਹਾ ਵੀ ਮੇਰੇ ਕੰਮ ਤੇ ਸਤਿਗੁਰੂ ਨੇ ਇੱਕੋ ਵਾਰੀ ਕਰ ਦਿੱਤੇ ਨੇ। ਹਾਂਜੀ। ਦਰਸ਼ਨ ਦੀਜੈ ਲੀਜੀਐ ਰਹੋ ਸਮੇਰ ਬਿਰਾਜ। ਤੇ ਮਹਾਰਾਜ ਇੱਥੇ ਰਵੋ, ਦਰਸ਼ਨ ਮੇਲੇ ਹੋਣਗੇ, ਸਮੇਰ ਪਰਬਤ ਤੇ ਆਪਣਾ ਆਸਣ ਲਾਓ। ਹਾਂਜੀ। ਸ਼੍ਰੀ ਨਾਨਕ ਸੁਣ ਬੈਣ ਉਚਾਰਾ ਔਰ ਨਹੀਂ ਕੋ ਹਮੈ ਜੰਜਾਰਾ। ਇੱਥੇ ਸਤਿਗੁਰੂ ਜੀ ਨੇ ਫਿਰ ਜਵਾਬ ਦਿੱਤਾ ਮੰਗਲਨਾਥ ਨੂੰ, ਕਹਿਣ ਲੱਗੇ ਹਾਂ ਭਾਈ ਜੰਜਾਲ ਤੇ ਸਾਨੂੰ ਕੋਈ ਨਹੀਂ ਹੈਗਾ, ਸਾਡੇ ਜੀਵਨ ਵਿੱਚ ਕੋਈ ਬੰਧਨ ਨਹੀਂ ਹੈ। ਹਾਂਜੀ। ਦਰਸ਼ਨ ਸੰਤਨ ਕੋ ਹਿਤ ਮੇਰੇ ਜਿਨ ਸੰਗਤ ਮੈਂ ਸਭ ਸੁਖ ਹੇਰੇ। ਪਰ ਸੰਤਾਂ ਦੇ ਦਰਸ਼ਨਾਂ ਦੀ ਇੱਛਾ ਜ਼ਰੂਰ ਹੈ, ਕਿਉਂਕਿ ਉਹਦੇ ਵਿੱਚ ਸੁਖ ਨੇ। ਅਸੀਂ ਚਾਹੁੰਦੇ ਹਾਂ ਵੀ ਜਿੱਥੇ ਜਿੱਥੇ ਸੰਤ ਬੈਠੇ ਨੇ, ਰਹਿੰਦੇ ਨੇ, ਭਲੇ ਲੋਕ ਰਹਿੰਦੇ ਨੇ, ਉਹਨਾਂ ਦੇ ਜਾ ਕੇ ਦਰਸ਼ਨ ਕੀਤੇ ਜਾਣ। ਇਹਨੂੰ ਲਿਖਿਆ ਹੈ ਗੁਰਬਾਣੀ ਨੇ, ਇਸ ਗੱਲ ਨੂੰ ਸਾਨੂੰ ਸਮਝਾਇਆ ਕਿ ਗੁਰਮੁਖ ਖੋਜਤ ਭੈ ਉਦਾਸੀ। ਸਤਿਗੁਰੂ ਕਿਸੇ ਗੁਰਮੁਖ ਦੀ ਤਲਾਸ਼ ਵਿੱਚ ਤੁਰੇ ਸੀ, ਫਿਰ ਕਿੱਥੋਂ ਲੱਭਿਆ? ਘਰੋਂ ਹੀ ਲੱਭ ਗਿਆ ਭਾਈ ਲੈਣਾ। ਭਾਈ ਲੈਣੇ ਦੀ ਕਰਨੀ ਗੁਰੂ ਸਾਹਿਬ ਨੂੰ ਜਤੀਆਂ ਤੋਂ, ਨਾਥਾਂ ਤੋਂ, ਸਿੱਧਾਂ ਤੋਂ ਕਿਤੇ ਵੱਡੀ ਲੱਗੀ ਤੇ ਸਤਿਗੁਰੂ ਜੀ ਨੇ ਉਹਨੂੰ ਗੁਰਿਆਈ ਬਖਸ਼ ਦਿੱਤੀ। ਅਜੇ ਵੀ ਸਾਡੇ ਤੇ ਇਹਨਾਂ ਚੀਜ਼ਾਂ ਦਾ ਬਹੁਤ ਪ੍ਰਭਾਵ ਹੈ, ਪਰ ਪ੍ਰਭਾਵ ਦੀ ਤਾਂ ਹੈ ਹੀ ਹੱਦ ਹੀ ਹੈ ਨਾ। ਇਹ ਜੀ ਚਾਹ ਨਹੀਂ ਪੀਂਦੇ, ਇਹ ਬਾਬਾ ਜੀ ਕਹਿੰਦੇ ਜੀ ਗੰਢੇ ਨਹੀਂ ਖਾਂਦੇ, ਇਹ ਬਾਬਾ ਜੀ ਕਹਿੰਦੇ ਜੀ ਲਸਣ ਨਹੀਂ ਖਾਂਦੇ। ਤੇ ਪਤਾ ਕਰਿਓ ਵੀ ਇਹਨਾਂ ਬਾਬਿਆਂ ਨੇ ਪ੍ਰਾਪਰਟੀਆਂ ਕਿਹਦੀਆਂ ਕਿਹਦੀਆਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਅਗਰ ਵੱਡੇ ਵੱਡੇ ਡੇਰੇ ਬਣ ਗਏ ਨੇ ਤੇ ਪਤਾ ਨਹੀਂ ਉਹਨਾਂ ਕਿੰਨੇ ਕੁ ਪ੍ਰੇਮੀ ਖਾਲੇ ਹੋਣੇ ਨੇ। ਕਿਉਂਕਿ ਮਾਇਆ ਦੇ ਪ੍ਰਤੀ ਇੱਕ ਫੈਸਲਾ ਗੁਰਬਾਣੀ ਦਾ ਬਹੁਤ ਪੱਕਾ ਹੈ, ਉਹ ਹੈ ਕਿ ਪਾਪਾਂ ਬਾਝੋਂ ਹੋਵੇ ਨਾ ਹੀ। ਆਪਣੇ ਆਪ ਦੇ ਵਿੱਚ ਵੀ ਮਾਇਆ ਇੱਕ ਪਾਪ ਹੈ, ਅਗਰ ਤੁਸੀਂ ਲੋੜ ਤੋਂ ਜ਼ਿਆਦਾ ਇਕੱਠੀ ਕਰ ਲਓਗੇ ਤੇ ਆਪਣੇ ਆਪ 'ਚ ਪਾਪ ਹੈ। ਅੱਜ ਤੁਸੀਂ ਵੇਖ ਲਓ ਕਈ ਥਾਂ ਐਸੇ ਨੇ ਜਿੱਥੇ ਜੈਡ ਸਿਕਿਉਰਿਟੀ ਲੱਗੀ ਹੋਈ ਹੈ। ਜੈਡ ਸਿਕਿਉਰਿਟੀ ਦਾ ਇੱਕ ਪੈਰਾਮੀਟਰ ਹੈ ਵੀ ਉਹਦੇ 'ਚ ਇੰਨੇ ਸਿਪਾਹੀ ਹੋਣਗੇ, ਇੱਦਾਂ ਦੀਆਂ ਗੰਨਾਂ ਹੋਣਗੀਆਂ, ਇੱਦਾਂ ਦੀ ਉਹਨਾਂ ਦੀ ਟ੍ਰੇਨਿੰਗ ਹੋਏਗੀ, ਮਤਲਬ ਉਹਦਾ ਕਰੋੜਾਂ ਦੇ ਵਿੱਚ ਖਰਚਾ ਹੋਏਗਾ ਉਸ ਮਾਇਆ ਦੀ ਰਾਖੀ ਦਾ। ਪੁੱਛੋ ਕਰਨਾ ਕੀ ਹੈ? ਕੱਢੋ ਇਹਨੂੰ ਬਾਹਰ, ਬਣਾਓ ਸਕੂਲ ਇਹਦੇ, ਬਣਾਓ ਇਹਦੇ ਹਸਪੀਟਲ, ਬਣਾਓ ਇਹਦੀਆਂ ਸੜਕਾਂ, ਸਟਰੀਟ ਲਾਈਟਾਂ ਲਾ ਕੇ ਦਿਓ ਲੋਕਾਂ ਨੂੰ, ਕਲੋਨੀਆਂ ਨਵੀਆਂ ਡਿਵੈਲਪ ਕਰ ਦਿਓ। ਮਾਇਆ ਪਈ ਕੀ ਕਰੇਗੀ? ਪਰ ਇੱਕ ਦੌੜ ਲੱਗੀ ਹੋਈ ਹੈ। ਅਮਕਾ ਧਰਮ ਸਥਾਨ ਬੜਾ ਅਮੀਰ ਹੈ ਜੀ, ਇਹਨਾਂ ਕੋਲ ਇੰਨੇ ਕੁਆਂਟਲ ਸੋਨਾ ਹੈ ਜੀ, ਕੀ ਕਰਨਾ ਸੋਨਾ ਜੀ? ਮੁੰਦਰੀਆਂ ਬਣਾ ਬਣਾ ਕੇ ਪਾਉਣੀਆਂ ਨੇ ਕਿ ਕੜੇ ਬਣਾ ਬਣਾ ਕੇ ਪਾਉਣੇ? ਕੀ ਕਰਨਾ ਸੋਨਾ? ਠੀਕ ਹੈ, ਜਿੰਨਾ ਸੋਨਾ ਤੁਸੀਂ ਮੰਦਿਰ ਤੇ ਲਾਉਣਾ, ਗੁਰਦੁਆਰੇ ਤੇ ਲਾਉਣਾ, ਮਸਜਿਦ ਤੇ ਲਾਉਣਾ, ਲੱਗ ਗਿਆ, ਗਲਤ ਸਮਝ ਆ ਗਈ ਵੀ ਚਲੋ ਸੁੰਦਰਤਾ ਹੈ। ਜਿਵੇਂ ਭੈਣਾਂ ਦੀ ਹਾਲਤ ਹੈ ਵੀ ਜਿਹੜਾ ਤੁਸੀਂ ਪਾਉਣਾ ਉਹ ਤੇ ਸਮਝ ਆ ਗਈ, ਜਿਹੜਾ ਲਾਕਰ 'ਚ ਪਿਆ ਉਹਦੀ ਨਹੀਂ ਸਮਝ ਆਉਂਦੀ ਵੀ ਉਹ ਕੀ ਹੈ। ਪਾਉਣ ਦੀ ਤੇ ਗੱਲ ਸਮਝ ਆਈ ਵੀ 5-10 ਲੱਖ ਦਾ ਤੁਸੀਂ ਸੋਨਾ ਪਾ ਲਿਆ, ਤੇ ਜਿਹੜਾ 50 ਲੱਖ ਦਾ ਲਾਕਰ 'ਚ ਰੱਖਿਆ ਉਹਦਾ ਕੀ ਮੀਨਿੰਗ ਹੈ? ਉਹਨਾਂ ਆਪਣੇ ਕੰਮ ਨਾ ਕਿਸੇ ਦੇ ਕੰਮ। ਤੇ ਜਦੋਂ ਲਾਕਰ ਨੂੰ ਹੱਥ ਫੇਰ ਗਿਆ ਕੋਈ, ਉਦੋਂ ਬਾਅਦ ਫਿਰ ਅਸੀਂ ਕੁਝ ਹੋਰ ਬੋਲਾਂਗੇ। ਜੋਗੀ ਕਹਿੰਦੇ ਬਾਬਾ ਨਾਨਕ ਨੂੰ, ਕਹਿਣ ਲੱਗੇ ਤੁਹਾਨੂੰ ਜੰਜਾਲ ਤੇ ਕੋਈ ਹੈ ਨਹੀਂ? ਸਤਿਗੁਰੂ ਕਹਿੰਦੇ ਹਾਂ ਨਹੀਂ ਹੈਗਾ, ਪਰ ਇੱਕ ਇੱਛਾ ਜ਼ਰੂਰ ਹੈ ਕਿ ਅਸੀਂ ਸੰਤ
ਜਿਹੜੇ ਨੇ ਉਹਨਾਂ ਦੇ ਦਰਸ਼ਨ ਦੇ ਅਭਿਲਾਖੀ ਆ। ਸਤਿਗੁਰੂ ਨੇ ਇਹ ਜਿਹੜਾ ਇੰਨਾ ਵੱਡਾ ਭਰਮਣ ਕੀਤਾ ਹੈ ਨਾ, ਗੁਰਮੁਖ ਖੋਜਤ ਭੈ ਉਦਾਸੀ, ਕਿਸੇ ਗੁਰਮੁਖ ਦੀ ਤਲਾਸ਼ ਵਿੱਚ ਤੁਰੇ ਸਨ। ਹਾਂਜੀ। ਆਸਨ ਬੈਸਨ ਹਮ ਤੇ ਛੂਟਾ, ਸਤਿਗੁਰ ਪਰਸਤ ਬੰਧਨ ਟੂਟਾ। ਸਤਿਗੁਰੂ ਕਹਿਣ ਲੱਗੇ ਕਿ ਆਸਨ ਬੈਠਣਾ ਸਾਡੇ ਵਿੱਚ ਨਹੀਂ ਹੈਗਾ, ਕਿ ਅਸੀਂ ਇੱਕ ਥਾਂ ਤੇ ਗੱਦੀ ਲਾ ਕੇ ਬਹਿ ਜਾਈਏ। ਕਹਿੰਦੇ ਨਹੀਂ, ਸਤਿਗੁਰ ਪਰਸਤ ਬੰਧਨ ਟੂਟਾ, ਜਦੋਂ ਦਾ ਸਤਿਗੁਰੂ ਮਿਲਿਆ ਬੰਧਨ ਉਦੋਂ ਦੇ ਮੁੱਕ ਗਏ ਨੇ। ਇੱਕ ਥਾਂ ਤੇ ਬੈਠਣ ਦੀ ਸਤਿਗੁਰੂ ਕਹਿਣ ਲੱਗੇ ਇੱਛਾ ਕੋਈ ਨਹੀਂ ਹੈ। ਇੱਕ ਥਾਂ ਤੇ ਉਹ ਬਵੇ ਨਾ ਜਿਹਨੇ ਪੂਜਾ ਕਰਾਉਣੀ ਹੋਵੇ, ਉਹਨੂੰ ਇੱਕ ਥਾਂ ਤੇ ਬਹਿ ਜਾਣਾ ਚਾਹੀਦਾ ਹੈ। ਤੇ ਜਿਹਨੇ ਕੰਮ ਕਰਨਾ ਹੈ ਉਹਨੂੰ ਉੱਠ ਕੇ ਤੁਰਨਾ ਫਿਰਨਾ ਚਾਹੀਦਾ। ਤੁਰੇ ਫਿਰੇ ਬਿਨਾਂ ਕੰਮ ਨਹੀਂ ਹੋ ਸਕਦਾ, ਕੰਮ ਬੈਠ ਕੇ ਨਹੀਂ ਹੋ ਸਕਦਾ ਕਦੇ ਵੀ। ਜਿੰਨੇ ਮਰਜ਼ੀ ਤੁਸੀਂ ਵੱਡੇ ਅਫੀਸਰ ਹੋਵੋ, ਜੋ ਮਰਜ਼ੀ ਹੋਵੇ, ਜਿੰਨੇ ਮਰਜ਼ੀ ਵੱਡੇ ਤੁਸੀਂ ਬਿਜ਼ਨਸਮੈਨ ਹੋਵੋ, ਅਖੀਰ ਤੁਹਾਨੂੰ ਉੱਠ ਕੇ ਤੁਰਨਾ ਹੀ ਪਵੇਗਾ। ਬਸ ਸੋਚੋ ਵੀ ਤੁਸੀਂ ਅੰਦਰ ਕੁਰਸੀ ਤੇ ਬੈਠੇ ਕੰਮ ਕਰ ਲਓਗੇ ਸਾਰਾ, ਕਿਤੇ ਨਾ ਕਿਤੇ ਤੁਹਾਨੂੰ ਜਾ ਕੇ ਬਾਹਰ ਵਿਜ਼ਿਟ ਕਰਨਾ ਪਵੇਗਾ, ਸਾਈਟ ਵਿਜ਼ਿਟ ਕਰਨਾ ਪਏਗਾ, ਤੁਹਾਨੂੰ ਕੰਮ ਦਾ ਜਾ ਕੇ ਨਿਰੀਖਣ ਕਰਨਾ ਪਏਗਾ, ਤੁਹਾਨੂੰ ਲੋਕਾਂ ਦੇ ਨਾਲ ਆਦਾਨ ਪ੍ਰਦਾਨ ਕਰਨਾ ਪਵੇਗਾ। ਹਾਂਜੀ। ਨਿਰੰਕਾਰ ਪਰ ਡੀਠ ਹਮਾਰੀ, ਛੂਟ ਗਈ ਸਭ ਆਪਣੀ ਧਾਰੀ। ਹਾਂ ਸਿੱਧ ਜਨੋ, ਸਾਡੀ ਨਜ਼ਰ ਰੱਬ ਤੇ ਹੈ ਕਿ ਜੋ ਕਰਨਾ ਉਹਨੇ ਕਰਨਾ ਹੈ। ਇਸੇ ਕਰਕੇ ਜਿਹੜੀ ਆਪਣੀ ਧਾਰੀ ਆਪਣੀ ਹਉਮੈ ਹੈ ਉਹ ਹੈ ਨਹੀਂ, ਲੋੜ ਹੀ ਨਹੀਂ। ਕਰੇ ਹੈ ਰਾਮ ਹੋਏ ਹੈ ਸੋਏ, ਜੋ ਰੱਬ ਕਰੇਗਾ ਉਹ ਹੋ ਜਾਏਗਾ, ਜੋ ਰੱਬ ਨੂੰ ਨਹੀਂ ਪਾਏਗਾ ਉਹ ਨਹੀਂ ਹੋਏਗਾ। ਧਰਮ ਦੀ ਦੁਨੀਆ ਦੀ ਕਥਾ ਬਿਲਕੁਲ ਵਿਚਿੱਤਰ ਹੈ ਭਾਈ। ਧਰਮ ਦੀ ਦੁਨੀਆ ਇਹ ਕਹਿੰਦੀ ਹੈ ਵੀ ਜੇ ਸੱਕਾ ਬਾਪ ਤਲਵਾਰ ਕੱਢ ਲਵੇ ਤੇ ਆਪਾਂ ਕਵਾਂਗੇ ਬੱਚੇ ਨੂੰ ਕੋਈ ਨਹੀਂ ਬਚਾ ਸਕਦਾ, ਫਿਰ ਵੀ ਬੱਚਾ ਬਚ ਜਾਂਦਾ ਹੈ। ਜੇ ਰੱਬ ਚਾਹਵੇ ਤੇ ਬਚ ਜਾਂਦਾ ਹੈ। ਮੈਂ ਤਾਂ ਆਪਣੀ ਅੱਖਾਂ ਦੇ ਸਾਹਮਣੇ ਰੋਪੜ ਵੇਖੀ ਸੀ, ਬੀਬੀ ਘਰੋਂ ਲੜ ਕੇ ਭੱਜੀ ਹੈ ਮਰਨ। ਮੈਂ ਖੁਦ ਉੱਥੇ ਖੜਾ ਬੱਸ ਅੱਡੇ ਤੇ, ਉੱਥੇ ਰੋਪੜ ਬਿਲਕੁਲ ਸ਼ਹਿਰ ਦੇ ਵਿੱਚੋਂ ਨਹਿਰ ਲੰਘਦੀ ਹੈ ਤੇ ਬਿਲਕੁਲ ਅੱਡੇ ਦੇ ਉੱਤੋਂ ਲੰਘਦੀ ਹੈ। ਬੀਬੀ ਭੱਜੀ ਆਈ, ਹੁਣ ਉਹਨੇ ਛਾਲ ਮਾਰਨੀ ਸੀ। ਹੁਣ ਉਹਦਾ ਜਿਹੜਾ ਸ਼ਹਿਰ ਤੋਂ ਰੋਪੜ ਤੋਂ ਉਹਨੂੰ ਨਹਿਰ ਨੂੰ ਪਾਰ ਕਰਨਾ ਸੀ, ਪੁਲ ਸੀਗਾ, ਤੇ ਪੁਲ ਦੇ ਉਹਨਾਂ ਨੇ ਬਣਾਏ ਹੋਏ ਸੀ ਬਨੇਰੇ ਜੇ, ਸਾਈਡਾਂ ਬਣੀਆਂ ਹੋਈਆਂ ਸੀ। ਹੁਣ ਇੰਨੇ ਜੋਗੀ ਤਾਂ ਹੈ ਨਹੀਂ ਸੀ, ਭੱਜੀ ਆਉਂਦੀ ਆਉਂਦੀ ਸਮੇਤ ਬੱਚੇ ਛਾਲ ਮਾਰ ਦਿੰਦੀ। ਹੁਣ ਉਹਨੇ ਕੀ ਕੀਤਾ, ਪਹਿਲਾਂ ਬੱਚਾ ਸੁੱਟਿਆ। ਜਿਵੇਂ ਹੀ ਉਹਨੇ ਬੱਚਾ ਸੁੱਟਿਆ, ਇੱਕ ਰਕਸ਼ੇ ਵਾਲਾ ਆ ਰਿਹਾ ਸੀ, ਉਹਨੇ ਰਕਸ਼ਾ ਛੱਡਤਾ। ਉਹਨੇ ਬਾਈ ਨੂੰ ਪਿੱਛੋਂ ਗੁੱਤੋਂ ਫੜ ਲਿਆ, ਬਥੇਰੀ ਉਹ ਹੱਥੋਂ ਪਾਈ ਹੋਈ ਪਰ ਉਹਨੇ ਛੱਡੀ ਨਹੀਂ। ਹੁਣ ਮਰਨ ਆ ਪਾਈ ਸੀ, ਮਰ ਬੱਚਾ ਗਿਆ। ਜਿਹਨੇ ਜਿਹੜੀ ਮਰਨਾ ਚਾਹੁੰਦੀ ਸੀ ਫੈਸਲਾ ਕਰਕੇ ਆਈ ਹੈ, ਉਦੋਂ ਨੂੰ ਲੋਕਾਂ ਨੇ ਫੜ ਲਿਆ, ਮੁੜ ਕੇ ਪੁਲਿਸ ਆ ਗਈ। ਇਸ ਕਰਕੇ ਭਾਈ ਮਰੇਗਾ ਤੇ ਉਹ ਜਿਹਦੀ ਮੌਤ ਆਈ ਹੈ, ਦੂਜਾ ਨਹੀਂ ਮਰਦਾ, ਨਾ ਦੂਜੇ ਨੂੰ ਕੋਈ ਮਾਰ ਸਕਦਾ। ਸਤਿਗੁਰੂ ਕਹਿੰਦੇ ਭਾਈ ਅਸੀਂ ਤਾਂ ਨਜ਼ਰ ਆਪਣੀ ਜਿਹੜੀ ਹੈ ਅਟਕੀ ਸ਼੍ਰੀ ਕਰਤਾਰ ਸਥਾਨਾ, ਨਿਰੰਕਾਰ ਪਰ ਡੀਠ ਹਮਾਰੀ, ਛੂਟ ਗਈ ਸਭ ਆਪਣੀ ਧਾਰੀ। ਆਪਣੀ ਹਉਮੈ ਅਸੀਂ ਛੱਡ ਦਿੱਤੀ ਹੈ, ਨਜ਼ਰ ਸਾਡੀ ਰੱਬ ਤੇ ਹੈ। ਜਿੱਥੇ ਲਿਜਾਏਗਾ ਚਲੇ ਜਾਵਾਂਗੇ, ਜੋ ਦਵੇਗਾ ਉਹ ਲੈ ਲਵਾਂਗੇ। ਹਾਂਜੀ। ਨਹੀਂ ਦ੍ਰਿਸ਼ਟ ਜਾਵੇ ਕਿਠ ਆਨਾ, ਅਟਕੀ ਸ਼੍ਰੀ ਕਰਤਾਰ ਸਥਾਨਾ। ਇਸ ਕਰਕੇ ਨਜ਼ਰ ਕਿਤੇ ਜਾਂਦੀ ਹੀ ਨਹੀਂ, ਨਜ਼ਰ ਹਮੇਸ਼ਾ ਪਰਮਾਤਮਾ ਤੇ ਟਿਕੀ ਰਹਿੰਦੀ ਹੈ। ਹਾਂਜੀ। ਤੇ ਪੱਗ ਲੱਗਿਓ ਪ੍ਰੇਮ ਮਨ ਮੇਰੇ, ਸ਼ਾਂਤ ਨ ਆਵਤ ਤਿਨ ਬਿਨ ਹੇਰੇ। ਇਸ ਕਰਕੇ ਰੱਬ ਦੇ ਚਰਨਾਂ ਵਿੱਚ ਸਾਡਾ ਧਿਆਨ ਲੱਗਿਆ ਹੋਇਆ ਹੈ, ਉਹਦੇ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਹੁਣ ਅਸੀਂ ਸ਼ਾਂਤੀ ਲੱਭਣ ਜਾਂਦੇ ਆ ਵੀ ਸ਼ਹਿਰ ਤੋਂ ਬਾਹਰ ਜਾ ਕੇ ਫਾਰਮ ਹਾਊਸ ਤੇ ਕੋਈ ਘਰ ਬਣਾ ਲਓ ਜੀ, ਬੜਾ ਪੀਸ ਹੋਏਗਾ ਜੀ। ਕਾਹਦਾ ਪੀਸ ਹੋਣਾ ਹੈ? ਮੇਰੇ ਇੱਕ ਮਿੱਤਰ ਨੇ, ਉਹਨੇ ਫਾਰਮ ਹਾਊਸ ਵੇਚਤਾ। ਮੈਂ ਕਿਹਾ ਕੀ ਹੋਇਆ? ਕਹਿੰਦੇ ਸਾਨੂੰ ਤਾਂ ਨਹੀਂ ਹੋਇਆ, ਤੁਹਾਡੀ ਭੈਣ ਜੀ ਨੂੰ ਹੋਇਆ, ਭਾਵ ਘਰ ਵਾਲੀ ਨੂੰ। ਮੈਂ ਕੀ ਹੋਇਆ ਭੈਣ ਜੀ? ਕਹਿੰਦੀ ਘਰ ਦੇ ਨੌਕਰੀ ਦਾਤਰੀਆਂ ਰੰਬੀਆਂ ਲੈ ਕੇ ਤੁਰੇ ਫਿਰਦੇ, ਐਂ ਲੱਗਦੇ ਜਿਵੇਂ ਮੇਰੇ ਵਾਲੀ ਤੁਰੇ ਆਉਂਦੇ ਹੁੰਦੇ ਆ। ਤੇ ਇਹੋ ਜਿਹੇ ਫਾਰਮ ਹਾਊਸ ਨਾਲੋਂ ਚੰਗਾ ਨਹੀਂ ਤੁਸੀਂ ਸ਼ਹਿਰ 'ਚ ਰਹੋ।
ਸਾਨੂੰ ਨਹੀਂ ਸਮਝ ਆ ਰਹੀ। ਅਸੀਂ ਜੰਗਲਾਂ ਚੋਂ ਆਏ ਆ, ਸਾਡੇ ਬਜ਼ੁਰਗ ਜੰਗਲਾਂ ਚੋਂ ਸਾਨੂੰ ਪਿੰਡਾਂ 'ਚ ਲੈ ਕੇ ਆਏ, ਪਿੰਡਾਂ ਤੋਂ ਅਸੀਂ ਸ਼ਹਿਰ ਬਣਾਏ, ਹੁਣ ਸ਼ਹਿਰਾਂ ਤੋਂ ਅਸੀਂ ਫਿਰ ਬਾਹਰ ਨੂੰ ਤੁਰ ਪਏ। ਤੇ ਜਦੋਂ ਨੌਕਰ ਬੰਦਾ ਵੱਢ ਕੇ ਚਲੇ ਜਾਣ ਫਿਰ ਕਹਿੰਦੇ ਜੀ ਫਾਰਮ ਹਾਊਸਾਂ ਦਾ ਇੱਕ ਪੱਖ ਤੇ ਮਾੜਾ ਹੈਗਾ ਹੀ ਹੈ, ਸਿਕਿਉਰਟੀ ਕੋਈ ਨਹੀਂ ਹੈ। ਤਾਂ ਸਿਕਿਉਰਟੀ ਕੋਈ ਨਹੀਂ ਤਾਂ ਤੁਹਾਡੀ ਵਕਤ 'ਚ ਜਾਣ ਫਸਾਈ ਕਿੰਨੇ ਹੈ? ਇਹ ਤੁਹਾਡੇ ਪੈਸੇ ਦੇ ਸ਼ੌਕ ਨੇ ਕੀਤਾ। ਤੂੰ ਸ਼ਾਂਤੀ ਚਾਹੀਦੀ ਸੀ ਨਾ, ਤੁਸੀਂ ਸਵੇਰੇ ਬੰਗਲਾ ਸਾਹਿਬ ਆਉਂਦੇ, ਜਿੰਨੀ ਮਰਜ਼ੀ ਲੈ ਜਾਂਦੇ, ਤੁਸੀਂ ਗੱਡੀ ਭਰ ਕੇ ਲੈ ਜਾਂਦੇ ਭਾਵੇਂ ਸ਼ਾਂਤੀ ਦੀ। ਮਤਲਬ ਫਾਰਮ ਹਾਊਸ ਨੂੰ ਭੱਜੇ ਹੋ, ਬੰਗਲਾ ਸਾਹਿਬ ਨਹੀਂ ਆ ਸਕੇ। ਕਦੇ ਸਵੇਰੇ ਇੱਥੇ ਆ ਕੇ ਬਹਿਣਾ ਸ਼ੁਰੂ ਕਰ ਲੈਂਦੇ ਆਪਾਂ। ਸਤਿਗੁਰੂ ਰੋਜ਼ ਕਹਿੰਦੇ ਨੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੈ ਵਾਜੇ ਅਨਹਦ ਤੂਰੇ। ਸੰਗੀਤ ਦੀਆਂ ਧੁਨੀਆਂ ਵੱਜਣਗੀਆਂ, ਉਹ ਲਾਈਟ ਮਿਊਜ਼ਿਕ ਦੀ ਲੋੜ ਨਹੀਂ ਹੈ, ਕੋਈ ਵਾਇਰਿੰਗ ਦੀ ਲੋੜ ਨਹੀਂ ਪੈਣੀ, ਕੋਈ ਕਾਲਮ ਨਹੀਂ ਫਿੱਟ ਕਰਨੇ ਪੈਣੇ ਗਾਰਡਨ ਦੇ ਵਿੱਚ, ਉੱਦਾਂ ਹੀ ਆਨੰਦ ਆਈ ਜਾਣਾ ਅੰਦਰੋਂ। ਹਾਂਜੀ। ਬੋਲਿਓ ਮੰਗਲ ਨਾਥ ਤਬ ਰਾਵ ਰਹੀ ਕਰਤਾਰ। ਅੱਜ ਵੀ ਮੈਂ ਲੋਕ ਵੇਖੇ ਨੇ ਜਿਹੜੇ ਘਰ ਲੈਣ ਲੱਗਿਆ ਪਹਿਲਾਂ ਪੁੱਛਣਗੇ ਕਿ ਇੱਥੇ ਗੁਰਦੁਆਰਾ ਕਿੱਥੇ ਲੱਗੇ ਹੈ। ਤੇ ਕਈ ਐਸੇ ਲੋਕ ਵੀ ਵੇਖੇ ਨੇ, ਉਹ ਕਹਿੰਦੇ ਜੀ ਗੁਰਦੁਆਰਾ ਲਾਗੇ ਨਹੀਂ ਹੋਣਾ ਚਾਹੀਦਾ। ਪੁੱਛੋ ਕੀ? ਉਹ ਕਹਿੰਦੇ ਜੀ ਉਹ ਸਪੀਕਰ ਵਾਲੇ ਸੌਣ ਹੀ ਨਹੀਂ ਦਿੰਦੇ। ਤੇ ਕਈ ਐਸੇ ਵੀ ਨੇ, ਉਹ ਕਹਿੰਦੇ ਵੀ ਸਵੇਰੇ ਸੁਖਮਣੀ ਦੀ ਆਵਾਜ਼ ਆਏਗੀ ਸਾਡੇ ਘਰ। ਤੁਸੀਂ ਕਈਆਂ ਦੇ ਘਰਾਂ 'ਚ ਜਾਓਗੇ, ਤੁਹਾਨੂੰ ਘਰ ਦੀ ਛੱਤ ਤੇ ਲੈ ਕੇ ਜਾਣਗੇ ਔਰ ਵਿਖਾਉਣਗੇ, ਕਹਿਣਗੇ ਉਹ ਬੰਗਲਾ ਸਾਹਿਬ ਵੇਖੋ ਇੱਥੋਂ ਨਜ਼ਰ ਆਉਂਦਾ ਹੈ। ਅਸੀਂ ਜਦੋਂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕਰਨੇ ਹੁਣ ਅਸੀਂ ਛੱਤ ਤੇ ਆ ਜਾਂਦੇ। ਹੁਣ ਕਈਆਂ ਨੂੰ ਬੰਗਲਾ ਸਾਹਿਬ ਦੀਦਾ ਹੈ ਤੇ ਕਈਆਂ ਨੂੰ ਭਾਈ ਕੁਤਬ ਮੀਨਾਰ ਦੀਦੀ ਹੋਏਗੀ। ਹੁਣ ਨਜ਼ਰ ਤੇ ਆਪਣੀ ਆਪਣੀ ਹੈ ਨਾ। ਹੁਣ ਇਹ ਤੁਹਾਡੀ ਆਪਣੀ ਅੰਦਰ ਦੀ ਭਾਵਨਾ ਹੈ ਵੀ ਇਹਨਾਂ ਅੱਖਾਂ ਨਾਲ ਤੁਸੀਂ ਕਿਹੜੀ ਜਗ੍ਹਾ ਵੇਖਣੀ ਤੇ ਕਿੱਧਰ ਨੂੰ ਜਾਣਾ ਹੈ ਤੁਸੀਂ। ਸਤਿਗੁਰੂ ਪਿਤਾ ਮਹਾਰਾਜ ਨੇ ਜਦੋਂ ਦੱਸਿਆ ਬੋਲਿਓ ਮੰਗਲ ਨਾਥ ਤਬ ਰਾਵਰ ਹੀ ਕਰਤਾਰ, ਅੱਗੋਂ ਮੰਗਲ ਨਾਥ ਕਹਿਣ ਲੱਗਾ ਜੀ ਕਿਹੜੇ ਕਰਤਾਰ ਤੇ ਨਜ਼ਰ ਹੈ ਤੁਹਾਡੀ? ਕਿਹੜੇ ਕਰਤਾਰ ਦੇ ਚਰਨਾਂ ਤੋਂ ਸ਼ਾਂਤੀ ਲੈਣੇ ਹੋ? ਕਰਤਾਰ ਤੇ ਤੁਸੀਂ ਆਪ ਹੋ। ਸਾਨੂੰ ਪੁੱਛੋ ਨਾ। ਸਾਨੂੰ ਜਿੰਨੀ ਸਿੱਧਾ ਨੂੰ ਸਮਝ ਆਈ ਹੈ ਕਿ ਨਾਨਕ ਤੂੰ ਹੀ ਰੱਬ ਹੈ। ਜਿਹੜਾ ਰੱਬ ਅਸੀਂ ਸਮਝਿਆ ਉਹ ਰੱਬ ਤੂੰ ਹੀ ਹੈ। ਹਾਂਜੀ। ਤੁਮਰੋ ਦਰਸ਼ ਦੁਲੰਭ ਹੈ ਹਮ ਜਹੁ ਕਰਤ ਉਚਾਰ। ਸਾਡੇ ਵਾਸਤੇ ਤਾਂ ਤੁਹਾਡੇ ਹੀ ਦਰਸ਼ਨ ਦੁਰਲੱਭ ਨੇ। ਦੂਜਾ ਰੱਬ ਕਿੰਨੇ ਵੇਖਿਆ? ਸਾਡੇ ਕੋਲ ਤੇ ਸਾਖਸ਼ਾਤ ਰੱਬ ਬੈਠਾ ਹੈ। ਹਾਂਜੀ। ਤੁਮ ਸਮੀਪ ਜੋ ਬੀਤੇ ਕਾਲਾ ਸੋ ਹਮ ਜਾਣੈ ਸਫਲ ਵਿਸਾਲਾ। ਜਿਹੜਾ ਸਮਾਂ ਤੁਹਾਡੇ ਕੋਲ ਬੈਠਿਆਂ ਬਤੀਤ ਹੋਏਗਾ ਉਹ ਸਫਲਾ ਹੋਏਗਾ। ਹਾਂਜੀ। ਕਰੁਣਾ ਕਰ ਕੁਛ ਕਾਲ ਰਹੀ ਜੈ ਪੁਨ ਜਾਵਣ ਕੀ ਇੱਛਾ ਕੀਜੈ। ਕੁਝ ਸਮਾਂ ਹੋਰ ਰੁਕੋ, ਸਾਡੇ ਤੇ ਕਿਰਪਾ ਕਰੋ, ਫਿਰ ਚਲੇ ਜਾਣਾ। ਹੁਣ ਇਹ ਹੁੰਦੀ ਉਡੀਕ, ਇਹ ਹੁੰਦਾ ਇੱਕ ਤਰੀਕਾ। ਚਲੋ ਭਾਜੀ ਅੱਜ ਦਾ ਦਿਨ ਰਹਿ ਜਾਓ, ਕੱਲ ਚਲੇ ਜਾਇਓ। ਕੱਲ ਆਈ ਨਹੀਂ 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 ਭਾਜੀ ਅੱਜ ਤੇ ਫਿਰ ਆਪਾਂ ਸਾਗ ਸੂਗ ਬਣਾਵਾਂਗੇ, ਮੱਕੀ ਦੀਆਂ ਰੋਟੀਆਂ ਪਕਾਵਾਂਗੇ, ਉਥੋਂ ਮੂਲੀਆਂ ਮਾਲੀਆਂ ਲਿਆ ਕੇ ਸਵੇਰੇ ਪਰੌਂਠੇ ਬਣਾਵਾਂਗੇ। ਭਾਜੀ ਪਰਸੋਂ ਚੱਲ ਜਿਓ ਤੁਸੀਂ। ਇਹ ਹੁੰਦਾ ਜੇ ਤੁਸੀਂ ਕਿਸੇ ਨੂੰ ਰੱਖਣਾ ਹੋਵੇ ਤਾਂ। ਤੇ ਜੇ ਘੱਲਣਾ ਹੀ ਹੋਵੇ ਤੇ ਉਹਨੇ ਕਿਹਾ ਵੀ ਮੈਂ ਜਾਣਾ, ਹਾਂ ਹਾਂ ਭਾਜੀ ਜਾਣਾ ਚਾਹੀਦਾ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਇੱਕ ਦਿਨ ਨਾਲ ਕਿੰਨੇ ਕੰਮ ਵਿਗੜ ਜਾਂਦੇ ਨੇ। ਉਹਦਾ ਮਤਲਬ ਉਹਦੇ ਚੰਨ ਛਾੜੇ ਅਸੀਂ ਛੱਡ ਆਉਂਦੇ ਹਾਂ। ਚੱਲ ਤੈਨੂੰ ਬੱਸ ਚੜਾ ਕੇ ਆਈਏ ਤੈਨੂੰ। ਮੰਗਲ ਨਾਥ ਦੇ ਪਿਆਰ ਦੀ ਕਥਾ ਹੈ। ਸਤਿਗੁਰੂ ਤੁਰਨ ਲੱਗੇ ਨੇ, ਫਿਰ ਅੜ ਗਿਆ, ਕਹਿਣ ਲੱਗਾ ਜੀ ਇੱਕ ਦਿਨ ਹੀ ਹੋਰ ਰਹਿ ਜਾਓ। ਤੁਸੀਂ ਕੀ ਸੋਚਦੇ ਵੀ ਇੱਕ ਦਿਨ ਹੋਰ ਰੱਖਣ ਦਾ ਮਤਲਬ ਕੀ ਹੁੰਦਾ ਹੈ? ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਤੁਹਾਨੂੰ ਗੁੱਸਾ ਆ ਗਿਆ ਨਾ, ਹੁਣ ਤੁਸੀਂ ਫੈਸਲਾ ਕਰ ਲਿਆ ਵੀ ਮੈਂ ਇਹਦੇ ਚਪੇੜ ਮਾਰਨੀ ਹੈ। ਉਹ ਕਹਿੰਦੇ ਮਾਰੋ, ਪਰ ਇੱਕ ਗਲਾਸ ਪਾਣੀ ਦਾ ਪੀ ਲਓ। ਉਹਨੂੰ ਹੁਣ ਕੋ ਹੁਣ ਮਾਰ, ਉਹ ਡਿਸੀਜਨ ਚੇਂਜ ਹੋ ਜਾਏਗਾ ਤੁਹਾਡਾ। ਉਹ ਜਿਹੜੀ ਤੁਸੀਂ ਤਿਆਰੀ ਕੀਤੀ ਹੈ ਨਾ, ਜਦੋਂ ਇੱਕ ਦਿਨ ਰੁਕ ਗਿਆ ਉਹ ਤਿਆਰੀ ਗਈ। ਹੁਣ ਦੁਬਾਰਾ ਉਹ ਮੂਡ ਬਣਨਾ, ਉਹ ਮਨ ਬਣਨਾ, ਫਿਰ ਪੈਕਿੰਗ ਹੋਣੀ, ਫਿਰ ਪਤਾ ਨਹੀਂ ਦੂਜੇ ਦਿਨ ਹੋਏਗੀ ਕਿ ਤੀਜੇ ਦਿਨ ਹੋਏਗੀ।
ਕੋਈ ਇੱਕ ਪ੍ਰੋਗਰਾਮ ਤੁਹਾਡਾ ਇੱਕ ਦਿਨ ਕੈਂਸਲ ਹੋ ਜਾਏ ਨਾ ਤੇ ਉਹ ਅਗਲੇ ਦਿਨ ਦੁਬਾਰਾ ਹੋ ਜੇ ਛੇਤੀ, ਜ਼ਰੂਰੀ ਨਹੀਂ ਹੁੰਦਾ। ਮੰਗਲਨਾਥ ਨੂੰ ਪਤਾ ਸੀ, ਕਹਿਣ ਲੱਗਾ ਜੀ ਇੱਕ ਦਿਨ ਹੀ ਰੁਕ ਜਾਓ। ਕਰੁਣਾ ਕਰੈ ਕੁਛ ਕਾਲ ਰਹੀਜੈ, ਪੁਨ ਜਾਵਣ ਕੀ ਇੱਛਾ ਕੀਜੈ। ਕਹਿਣ ਲੱਗਾ ਜੀ ਫਿਰ ਚਲੇ ਜਾਇਓ, ਹੁਣ ਤੇ ਰਵੋ ਨਾ। ਹਾਂਜੀ। ਸੁਣ ਸ਼੍ਰੀ ਨਾਨਕ ਬਚਨ ਉਚਾਰੇ, ਤੁਮ ਸਭ ਮੇਰੇ ਪ੍ਰਾਨਨ ਪਿਆਰੇ। ਦੇਖੋ ਵੀ ਸਤਿਗੁਰੂ ਨੇ ਕੀ ਕਿਹਾ, ਆਖਿਆ ਮੰਗਲਨਾਥ ਪਤਾ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ। ਕਹਿੰਦੇ ਤੁਸੀਂ ਮੇਰੇ ਪ੍ਰਾਣਾ ਤੋਂ ਵੀ ਮੈਨੂੰ ਪਿਆਰੇ ਹੋ। ਮੈਨੂੰ ਸਮਝ ਆਉਂਦੀ ਹੈ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ। ਅਗਰ ਉਹਨਾਂ ਨੇ ਪਿਆਰ ਕੀਤਾ, ਉਹਨਾਂ ਨੇ ਰੱਖਣ ਦੀ ਜਿੱਦ ਕੀਤੀ ਹੈ, ਤੇ ਇਹ ਸ਼ਬਦ ਅਗਰ ਗੁਰੂ ਨਾਨਕ ਕਹਿ ਦੇਣ ਤੇ ਕਿੱਡੀ ਵੱਡੀ ਗੱਲ ਹੈ। ਸਾਡੇ ਵਰਗਾ ਉਹ ਜੀ ਪ੍ਰਧਾਨ ਮੰਤਰੀ ਨੇ ਟਵੀਟ ਕਰਤੀ, ਵਧਾਈ ਦੇਤੀ ਜੀ, ਉਹ ਕੰਪਿਊਟਰ ਨੂੰ ਦਿੱਤੀ, ਤੁਹਾਨੂੰ ਨਹੀਂ ਦਿੱਤੀ, ਐਵੇਂ ਪੜ੍ਹ ਪੜ੍ਹ ਕੇ ਪਾਗਲ ਹੋਈ ਜਾਂਦੇ ਹੋ ਤੁਸੀਂ। ਉਹ ਜੀ ਫਲਾਣੇ ਰਾਸ਼ਟਰਪਤੀ ਨੇ ਆ ਕਹਿਤਾ ਜੀ, ਉਹ ਪਤਾ ਨਹੀਂ ਕਿਆ ਨਹੀਂ ਕਿਹਾ। ਇੱਥੇ ਸਾਖਸ਼ਾਤ ਰੱਬ ਬੈਠਾ ਹੈ ਔਰ ਉਹਨਾਂ ਜੋਗੀਆਂ ਨੂੰ ਕਹਿੰਦਾ ਤੁਸੀਂ ਮੇਰੇ ਪ੍ਰਾਣਾ ਤੋਂ ਪਿਆਰੇ ਹੋ। ਮੰਗਲਨਾਥ ਮੈਂ ਤੁਹਾਨੂੰ ਬੜਾ ਪ੍ਰੇਮ ਕਰਦਾ। ਹਾਂਜੀ। ਹੋਏ ਮੇਲ ਪੁੰਨ ਕੇਤਕ ਕਾਲਾ, ਅਬ ਜਾਵਣ ਕੋ ਕਾਜ ਬਿਸਾਲਾ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਫਿਰ ਸਮਾਂ ਆਏਗਾ, ਫਿਰ ਮਲਾਪ ਹੋਏਗਾ, ਪਰ ਹੁਣ ਜਾਣਾ ਬਣੇਗਾ। ਹੁਣ ਸਾਡਾ ਰੁਕਣਾ ਮੁਸ਼ਕਲ ਹੈ। ਹੋਏ ਮੇਲ ਪੁੰਨ ਕੇਤਕ ਕਾਲਾ, ਕੁਝ ਸਮੇਂ ਬਾਅਦ ਆਪਾਂ ਫਿਰ ਮਿਲਾਂਗੇ, ਪਰ ਹੁਣ ਜਾਣਾ ਜਿਹੜਾ ਹੈ ਉਹ ਜ਼ਰੂਰੀ ਹੈ। ਹਾਂਜੀ। ਕਰੋ ਦਇਆ ਆਇਸ ਅਬ ਦੀਜੈ, ਹਉ ਗਮਨੋ ਨਿਜ ਖੁਸ਼ੀ ਸੋ ਕੀਜੈ। ਇਸ ਕਰਕੇ ਤੁਸੀਂ ਖੁਸ਼ੀ ਨਾਲ ਵਿਦਾ ਕਰੋ। ਖਾਂ ਤੁਸੀਂ ਇਸ ਗੱਲ ਵਿੱਚ ਆਪਣੀ ਖੁਸ਼ੀ ਪ੍ਰਗਟ ਕਰੋ ਕਿ ਆਪਾਂ ਮਿਲੇ ਆ ਔਰ ਅਸੀਂ ਚੱਲੇ ਆ, ਔਰ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਵੀ ਤੁਹਾਨੂੰ ਮਿਲ ਕੇ ਚੱਲੇ ਅਸੀਂ। ਹਾਂਜੀ। ਮੰਗਲ ਆਹਦ ਸਰਬ ਸਿੱਧ ਭਾਖੈ, ਦੇਖੋ ਤਪਾ ਜਹਾਂ ਤੁਮ ਕਾਖੈ। ਸਤਿਗੁਰੂ ਪਿਤਾ ਜੀ ਨੂੰ ਫਿਰ ਉਹ ਸਿੱਧ ਕਹਿਣ ਲੱਗੇ ਠੀਕ ਹੈ ਜੀ, ਜਿੱਦਾਂ ਤੁਹਾਡਾ ਮਨ ਹੋਵੇ, ਤੁਹਾਡੀ ਮੌਜ ਹੋਵੇ, ਜਿਹੜੀ ਧਰਤੀ ਤੁਸੀਂ ਵੇਖਣੀ ਹੈ ਠੀਕ ਹੈ ਤੁਸੀਂ ਵੇਖੋ। ਹਾਂਜੀ। ਖੁਸ਼ੀ ਨਰੰਜਨ ਕੀ ਸਦਾ, ਖੇਲੋ ਜਿਤ ਹੋਏ ਚਾਹੇ। ਤੁਹਾਡੇ ਤੇ ਰੱਬ ਦੀਆਂ ਖੁਸ਼ੀਆਂ ਨੇ, ਜਿੱਥੇ ਤੁਹਾਡਾ ਮਨ ਕਰੇ ਉੱਥੇ ਤੁਸੀਂ ਜਾਓ। ਹਾਂਜੀ। ਸਭ ਤੁਮਰੇ ਅਸਥਾਨ ਹੈ, ਦੂਸਰ ਦੀਸਤ ਨਾਹੇ। ਸਾਰੇ ਥਾਂ ਤੁਹਾਡੇ ਨੇ, ਕੋਈ ਦੂਸਰਾ ਥਾਂ ਹੈ ਹੀ ਨਹੀਂ ਜਿਹੜਾ ਤੁਹਾਡੇ ਤੋਂ ਬਿਨਾ ਹੋਵੇ। ਹਾਂਜੀ। ਠਾਂਡੇ ਹਵਾਏ ਕਰ ਪੰਕਜ ਬਦਨਾ, ਵਿਦਾ ਹੋਣ ਲਾਗੇ ਸੁਖ ਸਦਨਾ। ਇਉਂ ਸਤਿਗੁਰੂ ਫਿਰ ਜਦੋਂ ਦੁਬਾਰਾ ਖੜੇ ਹੋਏ, ਤੁਰਨ ਲੱਗੇ ਨੇ। ਹਾਂਜੀ। ਸਭ ਮੇਲ ਸੋ ਆਦੇਸ਼ ਅਲਾਈ, ਕਰੈ ਪ੍ਰੇਮ ਹਿਰਦੇ ਜਗਰਾਈ। ਸਾਰਿਆਂ ਨੇ ਆਦੇਸ਼ ਆਦੇਸ਼ ਆਦੇਸ਼, ਨਮਸਕਾਰ 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 ਕਹਿ ਕੇ ਸਤਿਗੁਰੂ ਜੀ ਨੂੰ ਬੋਲੇ ਹੈ। ਹਾਂਜੀ। ਮੰਗਲ ਪ੍ਰਾਨ ਨਾਥ ਲੋਹਾ ਰੀਪਾ, ਚਲ ਕਰ ਆਏ ਸਰਬ ਸਮੀਪਾ। ਮੰਗਲਨਾਥ ਪ੍ਰਾਣਨਾਥ ਲੋਹਾ ਰੀਪਾ, ਇਹ ਸਾਰੇ ਸਤਿਗੁਰੂ ਦੇ ਨਜ਼ਦੀਕ ਆਏ ਨੇ। ਹਾਂਜੀ। ਗੋਪੀ ਚੰਦ ਆਦ ਹੈ ਜੇਤੇ, ਮਿਲ ਕਰ ਹਰਖੇ ਜੇ ਗੁਰ ਬੇਤੇ। ਇਸੇ ਤਰ੍ਹਾਂ ਗੋਪੀ ਚੰਦ ਆਦਿਕ ਸਤਿਗੁਰੂ ਜੀ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ। ਹਾਂਜੀ। ਦੇਖੈ ਚੰਦਰ ਬਦਨ ਕੀ ਓਰਾ, ਸਭ ਨਹਿ ਲੋਚਨ ਕੀਨ ਚਕੋਰਾ। ਸਤਿਗੁਰੂ ਦੇ ਚੰਦਰਮਾ ਵਰਗੇ ਬਦਨ ਵੱਲ ਸਾਰੇ ਤੱਕਦੇ ਨੇ। ਸਾਰਿਆਂ ਨੇ ਆਪਣੀਆਂ ਨਜ਼ਰਾਂ, ਆਪਣੇ ਨੇਤਰ ਚਕੋਰ ਵਰਗੇ ਬਣਾਏ ਨੇ। ਹਾਂਜੀ। ਬੰਧਨ ਕਰੇ ਚਰਨ ਅਰਬਿੰਦਾ, ਮਨ ਆਪਣੇ ਜਿਨ ਕੀਨ ਮਿਲੰਦਾ। ਇਹ ਸਤਿਗੁਰੂ ਦੇ ਦਰਸ਼ਨਾਂ ਨੂੰ ਕਮਲ ਦਾ ਫੁੱਲ ਸਮਝਦੇ ਨੇ, ਆਪਣੇ ਮਨਾਂ ਨੂੰ ਇਹਨਾਂ ਨੇ ਭੌਰੇ ਬਣਾ ਲਿਆ। ਹਾਂਜੀ। ਸਾਦਰ ਕੇ ਬਚ ਸੁਣੇ ਸੁਣਾਏ, ਅਗਰਜ ਸੰਗ ਚੱਲੇ ਪਹੁੰਚਾਏ। ਇਸ ਤਰ੍ਹਾਂ ਸਾਰਿਆਂ ਦੇ ਨਾਲ ਆਦਰ ਸਨਮਾਨ ਦੇ ਸ਼ਬਦ ਬੋਲੇ ਨੇ। ਇਥੋਂ ਫਿਰ ਸਤਿਗੁਰੂ ਜੀ ਅੱਗੇ ਵਿਦਾ ਹੋਏ ਨੇ। ਹਾਂਜੀ। ਕਰਤ ਪ੍ਰੇਮ ਸਭ ਸਿੱਧ ਹਟਾਏ, ਆਗੇ ਪੁੰਨ ਸ਼੍ਰੀ ਗੁਰੂ ਸਿਧਾਏ। ਇਥੋਂ ਫਿਰ ਸਤਿਗੁਰੂ ਹੋਰ ਅੱਗੇ ਜਾਂਦੇ ਨੇ। ਸਿੱਧ ਵਾਪਸ ਆ ਗਏ, ਸਤਿਗੁਰੂ ਅੱਗੇ ਚਲੇ ਗਏ। ਫਿਰ ਸਤਿਗੁਰੂ ਜਾ ਕੇ ਕਾਗ ਪਸੁੰਡ ਰਿਸ਼ੀ ਨੂੰ ਮਿਲਦੇ ਨੇ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ।
ਇਹ ਦੋ ਰਿਸ਼ੀ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਲੰਬੀ ਉਮਰ ਦੇ ਹੋਏ ਨੇ, ਇੱਕ ਕਾਗ ਭਸੁੰਡ ਤੇ ਇੱਕ ਮਾਰਕੰਡਾ। ਆ ਜਿਹੜਾ ਅੰਬਾਲੇ ਨੂੰ ਜਾਈਏ ਤੇ ਰਸਤੇ 'ਚ ਨਹੀਂ ਆਉਂਦਾ ਸ਼ਾਹਬਾਦ ਮਾਰਕੰਡਾ, ਸ਼ਾਹਬਾਦ ਸ਼ਹਿਰ ਹੈ, ਮਾਰਕੰਡਾ ਉਹ ਨਦੀ ਹੈ ਜਿਹੜੀ ਉਸ ਰਿਸ਼ੀ ਦੇ ਨਾਂ ਤੇ ਵਗਦੀ ਹੈ। ਉਹ ਰਿਸ਼ੀ ਦਾ ਨਾਂ ਸੀ ਮਾਰਕੰਡਾ। ਇਹ ਦੋ ਬਹੁਤ ਵੱਡੇ ਰਿਸ਼ੀ ਹੋਏ ਨੇ ਜਿਨ੍ਹਾਂ ਦੀ ਸਭ ਤੋਂ ਲੰਬੀ ਉਮਰ ਮੰਨੀ ਗਈ ਹੈ। ਉਹਨਾਂ ਵਿੱਚੋਂ ਕਾਗ ਭਸੁੰਡ ਦੀ ਕਥਾ ਅੱਗੇ ਰੱਬ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।